सत श्री अकाल। ਤੁਸੀਂ ਵੇਖ ਰਹੇ ਹੋ पंजाब मेल USA TV। मैं हाँ संजीव यश खन्ना। नवंबर 5 याद होनी चाहिए है, भुले तो नहीं? आई होप नहीं भुलोगे। नवंबर 5 और एक होर आंकड़ा भी याद रखना है, इलैक्टोरल वोट्स का 538 ਇੰਨੀਆਂ ਸੀਟਸ ਨੇ ਜਿਹਦੇ ਵਿੱਚੋਂ 270 ਲੈਣੀਆਂ ਨੇ। ਕਮਲਾ ਹੈਰਿਸ, ਡੋਨਲਡ ਟਰੰਪ, ਆਪਾਂ ਰੋਜ਼ ਹੀ ਇਹਨਾਂ ਦੀ ਗੱਲ ਕਰਦੇ ਹਾਂ, ਪੂਰਾ ਜ਼ੋਰ ਲਾਉਂਦੇ ਪਏ ਨੇ। 270 ਤਾਂ ਵੱਟ ਤੇ ਪਈਆਂ, ਹੋਣੀਆਂ ਚਾਹੀਦੀਆਂ, ਮਿਲਣੀਆਂ ਚਾਹੀਦੀਆਂ, ਤਾਂ ਹੀ ਤਾਂ ਜਿੱਤਣਗੇ। ਸੋ ਇਹਦੇ ਵਾਸਤੇ ਪੂਰੀ ਐਫਰਟ ਚੱਲਦੀ ਪਈ ਆ, ਪੂਰੀ ਐਫਰਟ। ਔਰ ਜਿਹੜੇ ਵੋਟਰਸ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਸਵਾਲ ਚੱਲਦੇ ਪਏ ਨੇ, ਔਰ ਉਹ ਸਵਾਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਉਸੇ ਸਵਾਲ ਦਾ ਜਵਾਬ ਲੱਭ ਕੇ ਵੋਟ ਪਾਉਣੀ ਹੈ। ਸੋ ਨੰਬਰ 1 ਤੇ ਸਵਾਲ ਹੈ ਇਕੋਨਮੀ ਦਾ, ਤੇ ਨੰਬਰ 2 ਤੇ ਸਵਾਲ ਹੈ ਇਮੀਗ੍ਰੈਂਟਸ ਦਾ, ਜਾਂ ਬਾਕੀ ਵੀ ਹੈਗੇ ਨੇ। ਅਬੋਰਸ਼ਨ ਦਾ ਇਸ਼ੂ ਲੈ ਸਕਦੇ ਹਾਂ, ਇਨਫਲੇਸ਼ਨ ਦਾ ਇਸ਼ੂ ਲੈ ਸਕਦੇ ਹਾਂ, ਸੋ ਮੈਨੀ ਥਿੰਗਸ, ਸੋ ਮੈਨੀ ਐਂਗਲਸ। ਜਿਹੜਾ ਤੁਹਾਨੂੰ ਪਸੰਦ ਹੈ ਉਹ ਇਸ਼ੂ ਤੁਸੀਂ ਲੈ ਸਕਦੇ ਹੋ, ਬਟ ਡਿਬੇਟ ਜਿਹੜੀ ਹੈ ਮੋਸਟਲੀ ਇਮੀਗ੍ਰੈਂਟਸ ਦੇ ਉੱਤੇ ਹੁੰਦੀ ਆ, ਇਕੋਨਮੀ ਦੇ ਉੱਤੇ ਹੁੰਦੀ ਆ। ਇੰਡੀਆ ਇੰਟਰਨੈਸ਼ਨਲ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਸੋ ਟੌਪ ਆਫ ਮਾਈਂਡ ਫॉर ਮੈਨੀ ਵੋਟਰਸ ਜੋ ਇਹ ਇਸ਼ੂ ਨੇ ਜ਼ਿਆਦਾਤਰ ਲੋਕਾਂ ਦੇ ਦਿਮਾਗ ਦੇ ਵਿੱਚ ਨਵੰਬਰ 5 ਨੂੰ ਲੈ ਕੇ, ਇਲੈਕਸ਼ਨਸ ਨੂੰ ਲੈ ਕੇ, ਇਕੋਨਮੀ। ਜਾਂ ਕਿਉਂਕਿ ਪੈਸਾ ਧੇਲਾ ਜੇਬ ਦੇ ਵਿੱਚ ਹੋਏਗਾ ਤਾਂ ਹੀ ਤਾਂ ਲਾਈਫ ਹੈ, ਤਾਂ ਹੀ ਤਾਂ ਤੁਸੀਂ ਇੰਜੋਏ ਕਰ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਤਾਂ ਹੀ ਤੁਸੀਂ ਨਵੇਂ ਕਾਰੋਬਾਰ ਕਰ ਸਕਦੇ ਹੋ। ਮੇਰੇ ਕੋਲ ਆਈਡੀਆ ਹੈ, ਨਵੇਂ ਬਿਜ਼ਨਸ ਦਾ ਆਈਡੀਆ ਹੈ। ਆਈਡੀਆ ਤਾਂ ਹੁੰਦੇ ਹੀ ਨੇ, ਉਹ ਤਾਂ ਸਾਰਿਆਂ ਕੋਲ ਹੀ ਹੁੰਦੇ ਨੇ। ਪੈਸਾ ਹੈ ਨਹੀਂ ਹੈ ਤਾਂ ਫਿਰ ਕੀ ਕਰੋਗੇ? ਖੈਰ, ਕੁਝ ਇੱਕ ਲੋਕਾਂ ਨੂੰ, ਕੁਝ ਇੱਕ ਕਮਿਊਨਿਟੀਜ਼ ਨੂੰ ਸਟਾਰਟਅਪ ਵਾਸਤੇ ਕਮਲਾ ਹੈਰਿਸ ਨੇ ਅਨਾਊਂਸਮੈਂਟਸ ਕੀਤੀਆਂ ਨੇ ਕਿ ਉਹਨਾਂ ਨੂੰ ਇੱਦਾਂ ਦੇ ਲੋਨ ਦਿੱਤੇ ਜਾਣਗੇ ਕਿ ਉਹ ਆਪਣਾ ਸਟਾਰਟਅਪ ਕਰ ਸਕਣ, ਆਪਣਾ ਬਿਜ਼ਨਸ ਸ਼ੁਰੂ ਕਰ ਸਕਣ। ਔਰ ਜੇ ਵਾਪਸ ਨਹੀਂ ਵੀ ਕਰ ਸਕਦੇ ਤਾਂ ਕੋਈ ਗੱਲ ਨਹੀਂ, ਇੱਦਾਂ ਦੀਆਂ ਵੀ ਫੈਸਿਲਿਟੀਜ਼ ਲੈ ਕੇ ਆ ਰਹੇ ਨੇ। ਖੈਰ, ਇਲੈਕਸ਼ਨਸ ਨੇੜੇ ਨੇ, ਕੁਝ ਨਾ ਕੁਝ ਤੇ ਰਾਹਤ ਜਾਂ ਕੁਝ ਨਾ ਕੁਝ ਲਾਲਚ ਤੇ ਦੇਣਾ ਹੀ ਹੋਏਗਾ ਵੋਟਰਸ ਨੂੰ ਆਪਣੇ ਨਾਲ ਜੋੜਨ ਵਾਸਤੇ। ਖੈਰ, ਇਹਦੇ ਪਿੱਛੇ ਉਹਨਾਂ ਦੀ ਵਧੀਆ ਮਨਸ਼ਾ, ਵਧੀਆ ਸੋਚ ਵੀ ਹੋ ਸਕਦੀ ਹੈ ਕਿ ਸਾਰੇ ਤਰੱਕੀ ਕਰਨ, ਓਪਰਚੁਨਿਟੀ, ਇਕੋਨਮੀ, ਸਭ ਦਾ ਸਾਥ ਲੈ ਕੇ ਚੱਲਣਾ ਹੈ ਹਮੇ, ਹੈ ਜੀ, ਜਿਹਨੂੰ ਆਪਾਂ ਕਮਲਾ ਹੈਰਿਸ ਦੀ ਭਾਸ਼ਾ 'ਚ ਕਹਿੰਦੇ ਹਾਂ ਕਿ ਮਿਲ ਕੇ ਲੜਾਂਗੇ ਤੇ ਮਿਲ ਕੇ ਜਿੱਤਾਂਗੇ। ਸੋ ਉਸ ਵੱਲ ਵੀ ਇਸ਼ਾਰਾ ਹੁੰਦਾ ਤੇ ਨਾਲ ਡੋਨਲਡ ਟਰੰਪ ਦੀਆਂ ਪਾਲਿਸੀਜ਼ ਬਾਰੇ ਵੀ ਇਸ਼ਾਰਾ ਹੁੰਦਾ ਹੈ। ਤੇ ਆਪਾਂ ਗੱਲ ਕਰਦੇ ਹਾਂ ਹੁਣ ਡੋਨਲਡ ਟਰੰਪ ਦੀ। ਬਿਜ਼ਨਸਮੈਨ ਬੈਕਗਰਾਊਂਡ ਤੋਂ ਨੇ, ਔਰ ਅਕਸਰ ਕਿਹਾ ਜਾਂਦਾ ਕਿ ਜਦੋਂ ਇਕੋਨਮੀ ਦੀ ਗੱਲ ਹੁੰਦੀ ਹੈ ਤਾਂ ਲੋਕਾਂ ਦਾ ਝੁਕਾਅ ਜ਼ਿਆਦਾ ਡੋਨਲਡ ਟਰੰਪ ਵੱਲ ਚਲਾ ਜਾਂਦਾ ਹੈ। ਹੁਣ ਚਲਾ ਜਾਂਦਾ ਹੈ ਜਾਂ ਚਲਾ ਜਾਂਦਾ ਸੀ, ਇਹ ਤਾਂ ਨਵੰਬਰ 5 ਨੂੰ ਪਤਾ ਲੱਗੇਗਾ। ਪਰ ਕਮਲਾ ਹੈਰਿਸ ਜਿਸ ਤਰ੍ਹਾਂ ਐਕਸਪਲੇਨ ਕਰ ਰਹੇ ਨੇ ਆਪਣੀਆਂ ਪਾਲਿਸੀਜ਼, ਔਰ ਜਿਸ ਤਰ੍ਹਾਂ ਫੈਸਿਲਿਟੀਜ਼ ਦੇ ਰਹੇ ਨੇ, ਜਿਸ ਤਰ੍ਹਾਂ ਮੌਕੇ ਦੇ ਰਹੇ ਨੇ, ਜਿੱਦਾਂ ਸਟਾਰਟਅਪਸ ਦੀ ਆਪਾਂ ਗੱਲ ਕੀਤੀ ਆ, ਤਾਂ ਲੋਕਾਂ ਦਾ ਵਿਸ਼ਵਾਸ ਕਮਲਾ ਹੈਰਿਸ 'ਤੇ ਬਣਨਾ ਸ਼ੁਰੂ ਹੋ ਗਿਆ ਹੈ। ਸੋ ਫॉर ਐਜ਼ ਇਕੋਨਮੀ ਇਜ਼ ਕੰਸਰਨਡ, ਇਕੋਨਮੀ ਦਾ ਜਿੱਥੋਂ ਤੱਕ ਸਵਾਲ ਹੈ। ਨਾਓ ਟਰੰਪ ਜਦੋਂ ਉਹ ਆਉਂਦੇ ਨੇ ਇਕਨੋਮਿਕ ਫਰੰਟ ਦੇ ਉੱਤੇ ਤਾਂ ਐਕਸਪਰਟਸ ਪਹਿਲਾਂ ਹੀ ਕਹਿ ਦਿੰਦੇ ਨੇ ਕਿ ਯਾਰ ਜਿੰਨਾ ਕਰਜ਼ਾ ਅਮਰੀਕਾ 'ਤੇ ਹੈ ਉਹਦੇ 'ਚ ਵਾਧਾ ਕਰਵਾ ਦੇਣਗੇ ਇਹ, ਕਮਲਾ ਹੈਰਿਸ ਇੰਨਾ ਨਹੀਂ ਕਰਵਾਉਣਗੇ ਜਿੰਨਾ ਡੋਨਲਡ ਟਰੰਪ ਕਰਵਾ ਦੇਣਗੇ। ਇਹ ਗੱਲ ਆਮ ਕਹੀ ਜਾਂਦੀ ਹੈ। ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਜੀ ਇਨਫਲੇਸ਼ਨ ਆ ਜਾਏਗੀ, ਉਹਨੂੰ ਟਰੰਪਫਲੇਸ਼ਨ ਕਹਿੰਦੇ ਨੇ, ਮਤਲਬ ਮਹਿੰਗਾਈ ਹੋ ਜਾਏਗੀ, ਇਹ ਵੀ ਗੱਲ ਕਹੀ ਜਾਂਦੀ ਹੈ। ਔਰ ਇਹਦੇ ਵਿੱਚ ਇੱਕ ਖਾਸ ਪੁਆਇੰਟ ਰੱਖਿਆ ਜਾਂਦਾ, ਉਹ ਇਹ ਕਿ ਜਿਹੜੇ ਐਡੇ ਐਡੇ ਵੱਡੇ 3 ਬਿਲੀਅਨੇਅਰਸ ਨੇ, ਉਹਨਾਂ ਨੇ $220 ਬਿਲੀਅਨ ਲਗਾ ਦਿੱਤਾ ਹੈ ਹੁਣ ਤੱਕ ਡੋਨਲਡ ਟਰੰਪ ਨੂੰ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਾਉਣ ਦੇ ਵਿੱਚ। ਐਲਨ ਮਸਕ ਦਾ ਨਾਂ ਉਹਦੇ ਵਿੱਚ ਖਾਸ ਤੌਰ 'ਤੇ ਸ਼ਾਮਿਲ ਹੈ ਕਿਉਂਕਿ ਕਾਫੀ ਕਰੀਬੀ ਨੇ ਡੋਨਲਡ ਟਰੰਪ ਦੇ। ਉਹਨਾਂ ਨੇ ਇੱਕ ਪ੍ਰਪੋਜ਼ਲ ਵੀ ਦਿੱਤਾ ਹੈ ਕਿ ਫੈਡਰਲ ਰਿਜ਼ਰਵ ਦੀਆਂ ਜਿਹੜੀਆਂ ਆਡਿਟਸ ਹੋਣਗੀਆਂ ਉਹਦੇ ਵਾਸਤੇ ਇੱਕ ਕਮਿਸ਼ਨ ਬਣਾਇਆ ਜਾਏ, ਤੇ ਡੋਨਲਡ ਟਰੰਪ ਕਹਿੰਦੇ ਨੇ ਠੀਕ ਹੈ ਜੀ, ਬਹੁਤ ਵਧੀਆ ਆਈਡੀਆ ਹੈ, ਔਰ ਇਸ ਕਮਿਸ਼ਨ ਦੇ ਹੈੱਡ ਤੁਸੀਂ ਬਣ ਜਾਓ, ਔਰ ਇਸ ਤਰ੍ਹਾਂ ਅਸੀਂ $1 ਟ੍ਰਿਲੀਅਨ ਬਚਾ ਸਕਦੇ ਹਾਂ ਜਿਹੜਾ ਫਜ਼ੂਲ ਦਾ ਖਰਚਾ ਹੁੰਦਾ ਹੈ। ਨਾਓ ਕਮਿੰਗ ਟੂ ਦਾ ਪੁਆਇੰਟ, ਲੋਕਾਂ ਦੇ ਦਿਮਾਗ ਦੇ ਵਿੱਚ, ਵੋਟਰਸ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲਦੀ ਪਈ ਆ ਕਿ ਡੋਨਲਡ ਟਰੰਪ ਤੇ ਬਾਕੀ ਦੇ ਜਿਹੜੇ ਬਿਜ਼ਨਸਮੈਨ ਇੰਨੇ $1 ਮਿਲੀਅਨ ਲਗਾ ਰਹੇ ਨੇ ਡੋਨਲਡ ਟਰੰਪ ਨੂੰ ਜਿਤਾਉਣ ਵਾਸਤੇ ਸੈਕਿੰਡ ਟਾਈਮ, ਕਿਉਂ? ਕੀ ਚਾਹੀਦਾ ਉਹਨਾਂ ਨੂੰ? ਕੀ ਪ੍ਰੋਫਿਟ ਚਾਹੀਦਾ ਉਹਨਾਂ ਨੂੰ? ਨੈਚੁਰਲੀ ਐਵੇਂ ਕਿਉਂ ਕੋਈ ਪੈਸਾ ਲਗਾਊਗਾ?
ਜਦੋਂ ਤੱਕ ਉਹਨੂੰ ਰਿਟਰਨ ਦੀ ਗਰੰਟੀ ਨਹੀਂ ਹੋਏਗੀ। ਮਤਲਬ ਇਹ ਆ ਉਹ ਕਿੱਦਾਂ ਦੇ ਬਿਜ਼ਨਸ ਪਲਾਨ ਚਾਹੁੰਦੇ ਨੇ ਇਕਨੋਮੀ ਨੂੰ ਲੈ ਕੇ, ਔਰ ਆਪਣੇ ਬਿਜ਼ਨਸ ਦੇ ਵਿੱਚ ਕਿੱਦਾਂ ਦੇ ਟੈਕਸ ਸਿਸਟਮ ਨੂੰ ਚਾਹੁੰਦੇ ਨੇ, ਵਾਟਐਵਰ ਜੋ ਉਹਨਾਂ ਦੇ ਬਿਜ਼ਨਸ ਨੂੰ ਫਲਰਿਸ਼ ਕਰ ਸਕੇ, ਉਹਨਾਂ ਦੇ ਬਿਜ਼ਨਸ ਨੂੰ ਅੱਗੇ ਵਧਾ ਸਕੇ, ਤਰੱਕੀਆਂ ਬਖਸ਼ ਸਕੇ। ਇਸ ਕਰਕੇ ਐਲਨ ਮਸਕ ਕੀ ਚਾਹੁੰਦੇ ਨੇ? ਸੋ ਐਲਨ ਮਸਕ ਇਜ਼ ਡਿਨੋਟਿੰਗ, ਮਤਲਬ ਕਿਸ ਚੀਜ਼ ਨੂੰ ਡਿਨੋਟ ਕਰ ਰਹੇ ਨੇ, ਕਿਸ ਚੀਜ਼ ਵੱਲ ਇਸ਼ਾਰਾ ਹੋ ਰਿਹਾ, ਔਰ ਨਾਲ ਉਹ ਡੋਨੇਟ ਵੀ ਕਰ ਰਹੇ ਨੇ ਨਾਓ ਹਿਊਜ ਅਮਾਊਂਟਸ। ਸੋ ਇੱਕ ਕੈਮਿਸਟਰੀ ਇਹ ਬਣਦੀ ਆ ਕਿ ਡੋਨਲਡ ਟਰੰਪ ਔਰ ਇਹ ਜਿਹੜੇ ਵੱਡੇ ਵੱਡੇ ਬਿਜ਼ਨਸ ਹਾਊਸਿਸ ਨੇ ਇਹਨਾਂ ਦੇ ਵਿੱਚ ਕੀ ਆਪਸ ਦੇ ਵਿੱਚ ਤਾਲਮੇਲ ਹੈ ਔਰ ਇਹ ਕੀ ਰਿਟਰਨ ਦੇ ਵਿੱਚ ਚਾਹੁੰਦੇ ਨੇ। ਔਰ ਇਸ ਚੀਜ਼ ਨੂੰ ਕਮਲਾ ਹੈਰਿਸ ਸੇਮ ਸਿੰਪਲ ਭਾਸ਼ਾ 'ਚ ਬੋਲਦੇ ਨੇ ਕਿ ਮੇਰੇ ਫੰਡਸ ਆਉਂਦੇ ਨੇ ਆਮ ਪਬਲਿਕ ਵੱਲੋਂ ਔਰ ਤੁਹਾਡੇ ਫੰਡਸ ਆਉਂਦੇ ਨੇ ਵੱਡੇ ਵੱਡੇ ਬਿਜ਼ਨਸ ਹਾਊਸਿਸ ਵੱਲੋਂ। ਤਾਂ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਅਮਰੀਕਾ ਦੀ ਪਬਲਿਕ ਵਾਸਤੇ ਕਿੱਦਾਂ ਦੇ ਚੈਲੰਜਸ ਹੋਣਗੇ, ਕਿੱਦਾਂ ਦੀਆਂ ਚੁਣੌਤੀਆਂ ਹੋਣਗੀਆਂ, ਮਹਿੰਗਾਈ ਨੂੰ ਲੈ ਕੇ, ਰੋਜ਼ਮर्रा ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਨੂੰ ਲੈ ਕੇ, ਤਮਾਮ ਉਹ ਗੱਲਾਂ। ਪਰ ਇਹਦੇ ਵਿੱਚ ਇਹ ਪੁਆਇੰਟ ਆਉਂਦਾ ਕਿ ਬਿਜ਼ਨਸ ਹਾਊਸਿਸ ਐਲਨ ਮਸਕ ਕੀ ਪ੍ਰੋਫਿਟ ਚਾਹੁੰਦੇ ਨੇ। ਸੋ ਟੈਰਿਫਸ ਦਾ ਕੀ ਹਾਲ ਹੋਏਗਾ? ਟੈਰਿਫਸ ਮਤਲਬ ਜੋ ਅਮਰੀਕਾ ਇੰਪੋਰਟ ਕਰਦਾ ਬਾਕੀ ਮੁਲਕਾਂ ਤੋਂ, ਉਹਨਾਂ ਦੇ ਉੱਤੇ ਟੈਕਸ ਕਿੱਦਾਂ ਲੱਗਣਗੇ। ਹੁਣ ਡੋਨਲਡ ਟਰੰਪ ਕਹਿੰਦੇ ਨੇ ਕਿ ਚਾਈਨਾ ਤੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਮੈਂ ਟੈਕਸ ਲਗਾਉਣਾ, ਗੱਡੀਆਂ ਦੇ ਉੱਤੇ ਮੈਂ ਟੈਕਸ ਲਗਾਉਣਾ, ਨਹੀਂ ਤਾਂ ਅਮਰੀਕਾ ਦੀ ਸੜਕ ਦੇ ਉੱਤੇ ਚਾਈਨਾ ਦੀਆਂ ਗੱਡੀਆਂ ਦਿਖਾਈ ਦੇਣਗੀਆਂ। ਇਹਦੇ ਨਾਲ ਕੀ ਹੁੰਦਾ ਕਿ ਟੈਰਿਫਸ ਲਗਾਉਣ ਨਾਲ ਤੁਸੀਂ ਉਹਨਾਂ ਸਾਰੀਆਂ ਕਮੋਡਿਟੀਜ਼ ਤੇ ਜਿਹੜੀਆਂ ਤੁਸੀਂ ਬਾਹਰੋਂ ਇੰਪੋਰਟ ਕਰਦੇ ਹੋ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਸੀਂ ਇੱਕ ਤਰ੍ਹਾਂ ਦੀ ਰੋਕ ਵੀ ਲਗਾਉਂਦੇ ਹੋ। ਕਾਰਨ ਇਹ ਹੁੰਦਾ ਕਿ ਤੁਸੀਂ ਆਪਣੀ ਡੋਮੈਸਟਿਕ ਇੰਡਸਟਰੀ ਨੂੰ ਬਚਾਉਣਾ ਹੈ, ਤੁਸੀਂ ਆਪਣੀ ਅਮਰੀਕਾ ਦੀ ਇੰਡਸਟਰੀ ਨੂੰ ਬਚਾਉਣਾ। ਜੇ ਸਭ ਕੁਝ ਬਾਹਰੋਂ ਹੀ ਬਣਿਆ ਬਣਾਇਆ ਆ ਗਿਆ ਤੇ ਤੁਹਾਡੀ ਆਪਣੀ ਇੰਡਸਟਰੀ ਕੀ ਬਣੇਗੀ? ਤੁਹਾਡੀ ਆਪਣੀ ਇੰਡਸਟਰੀ ਦੇ ਵਿੱਚ ਜੌਬਸ ਕਿੱਦਾਂ ਹੋਣਗੀਆਂ? ਉਹ ਤਾਂ ਫਿਰ ਬਾਹਰ ਦੇ ਮੁਲਕਾਂ ਦੀਆਂ ਕੰਪਨੀਆਂ ਤਰੱਕੀ ਕਰਦੀਆਂ ਪਈਆਂ ਨੇ, ਜੌਬਸ ਤੇ ਉੱਥੇ ਕ੍ਰੀਏਟ ਹੁੰਦੀਆਂ ਪਈਆਂ ਨੇ, ਤੁਹਾਡੀਆਂ ਕੰਪਨੀਆਂ ਤੇ ਵਿਹਲੀਆਂ ਹੋ ਗਈਆਂ, ਤੁਹਾਡੇ ਲੋਕਾਂ ਕੋਲ ਤੇ ਜੌਬ ਹੀ ਨਹੀਂ ਰਹਿ ਗਈ ਕਿਉਂਕਿ ਕੰਮ ਹੀ ਨਹੀਂ ਹੈਗਾ, ਬਾਹਰੋਂ ਤੁਸੀਂ ਸਭ ਕੁਝ ਮੰਗਵਾ ਲੈਂਦੇ ਹੋ। ਇਸ ਕਰਕੇ ਟੈਰਿਫਸ ਲਗਾਏ ਜਾਂਦੇ ਨੇ ਕਿ ਬਾਹਰੋਂ ਓਨਾ ਹੀ ਮੰਗਵਾਓ ਜਿੰਨੀ ਲੋੜ ਹੈ, ਜਾਂ ਜਿੰਨਾ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੈਲੈਂਸ ਕਰਨ ਵਾਸਤੇ ਜ਼ਰੂਰੀ ਹੈ, ਜਿੰਨਾ ਡਾਲਰ ਦੇ ਸਿਹਤ ਵਾਸਤੇ ਵਧੀਆ ਹੈ, ਓਨਾ ਖੇਡੋ। ਤੇ ਉਹ ਖੇਡਦੇ ਨੇ, ਬਾਕੀ ਟੈਰਿਫਸ ਲਗਾਉਂਦੇ ਨੇ ਔਰ ਨਾਲ ਆਪਣੀ ਲੋਕਲ ਮਾਰਕੀਟ ਅਮਰੀਕਾ ਦੀ ਇੰਡਸਟਰੀ ਨੂੰ ਬਚਾਉਂਦੇ ਨੇ ਤਾਂ ਕਿ ਅਮਰੀਕਨ ਲੋਕਾਂ ਦੀਆਂ ਜੌਬਸ ਸੁਰੱਖਿਅਤ ਰਹਿਣ, ਸੇਫ ਰਹਿਣ। ਸੋ ਇਹ ਟੈਰਿਫਸ ਦੀ ਗੱਲ ਨਾਲ ਹੁੰਦੀ ਆ ਕਿ ਜਦੋਂ ਡੋਨਲਡ ਟਰੰਪ ਆਉਣਗੇ ਤਾਂ ਟੈਰਿਫਸ ਕਿੱਦਾਂ ਰਹੇਗਾ। ਉਹਦਾ 100% ਟੈਰਿਫਸ ਵੱਲ ਵੀ ਗੱਲ ਕਰ ਦਿੰਦੇ ਨੇ ਕਿ ਜੇ ਕਿਸੇ ਨੇ ਡਾਲਰ ਦੇ ਵਿੱਚ ਸਾਡੇ ਨਾਲ ਬਿਜ਼ਨਸ ਡੀਲਸ ਨਾ ਕੀਤੀਆਂ ਜਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਡਾਲਰ ਦੀ ਵਰਤੋਂ ਬੰਦ ਕੀਤੀ ਤਾਂ ਟੈਰਿਫਸ ਵੱਧ ਜਾਣਗੇ। ਸਿੱਧੀ ਗੱਲ ਹੈ। ਸੋ ਟਰੰਪ ਦੀਆਂ ਪਲਾਨਸ ਕੀ ਨੇ ਫੈਡਰਲ ਰਿਜ਼ਰਵ ਨੂੰ ਲੈ ਕੇ? ਫੈਡਰਲ ਰਿਜ਼ਰਵ ਜਿੱਦਾਂ ਇੰਟਰਸਟ ਰੇਟ ਕੱਟ ਕਰਦਾ ਜੌਬ ਮਾਰਕੀਟ ਨੂੰ ਸੁਰੱਖਿਅਤ ਰੱਖਣ ਵਾਸਤੇ, ਔਰ ਅਮਰੀਕਾ ਦੀ ਇਕਨੋਮੀ ਨੂੰ, ਬੈਂਕ ਆਫ ਅਮਰੀਕਾ, ਇਹ ਸਾਰਾ ਇੰਸਟੀਟਿਊਸ਼ਨਸ ਜਿਹੜੇ ਫਾਈਨੈਂਸ ਨੂੰ ਡੀਲ ਕਰਦੇ ਨੇ, ਮਿਲ ਜੁਲ ਕੇ ਚੱਲਦੇ ਨੇ, ਇਹਨਾਂ ਵਾਸਤੇ ਡੋਨਲਡ ਟਰੰਪ ਦੀ ਪਾਲਿਸੀ ਕੀ ਹੋਏਗੀ? ਨਜ਼ਰ ਉੱਥੇ ਰੱਖਣੀ ਹੈ। ਐਲਨ ਮਸਕ ਔਰ ਬਿਜ਼ਨਸ ਹਾਊਸਿਸ ਜੋ ਵੱਡੇ ਵੱਡੇ ਫੰਡ ਦਿੰਦੇ ਪਏ ਨੇ ਡੋਨਲਡ ਟਰੰਪ ਨੂੰ, ਉਹਨਾਂ ਫੰਡਸ ਦੇ ਬਦਲੇ ਕੀ ਚਾਹੀਦਾ ਉਹਨਾਂ ਨੂੰ, ਰਿਟਰਨ ਕੀ ਚਾਹੀਦੀ ਹੈ, ਇਸ ਚੀਜ਼ ਨੂੰ ਧਿਆਨ 'ਚ ਰੱਖ ਕੇ ਸਾਰੀ ਗੱਲ ਆਪਾਂ ਸਮਝਣੀ ਆ ਕਿ ਫੈਡਰਲ ਰਿਜ਼ਰਵ ਦੇ ਲਈ ਔਰ ਬਾਕੀ ਫਾਈਨੈਂਸ਼ੀਅਲ ਇੰਸਟੀਚਿਊਟਸ ਦੇ ਲਈ ਕੀ ਡੋਨਲਡ ਟਰੰਪ ਦੀਆਂ ਪਾਲਿਸੀਜ਼ ਹੋਣਗੀਆਂ, ਟੈਰਿਫਸ ਨੂੰ ਲੈ ਕੇ ਕੀ ਪਾਲਿਸੀਜ਼ ਹੋਣਗੀਆਂ, ਔਰ ਆਪਸ ਦੇ ਵਿੱਚ ਕੋਲੈਬੋਰੇਸ਼ਨਸ ਕਿੱਦਾਂ ਕਰਵਾਉਣਗੇ ਫੋਰਨ ਕੰਪਨੀਜ਼ ਦੀਆਂ ਔਰ ਇਹਨਾਂ ਬਿਜ਼ਨਸ ਹਾਊਸਿਸ ਦੀਆਂ, ਕੰਪਨੀਜ਼ ਦੀਆਂ। ਇਹ ਤਮਾਮ ਗੱਲਾਂ ਇਸ ਵਕਤ ਬਲੈਕ ਐਂਡ ਵਾਈਟ ਹੋਣੀਆਂ ਚਾਹੀਦੀਆਂ ਨੇ ਟੇਬਲ ਦੇ ਉੱਤੇ ਤਾਂ ਕਿ ਤੁਸੀਂ ਡਿਸਾਈਡ ਕਰ ਸਕੋ ਕਿ ਆਉਣ ਵਾਲੇ ਵਕਤ ਦੇ ਵਿੱਚ ਇਕਨੋਮੀ ਕਿੱਧਰ ਨੂੰ ਜਾਏਗੀ ਜੇ ਡੋਨਲਡ ਟਰੰਪ ਬਣਦੇ ਨੇ ਸੈਕਿੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ। ਸੋ ਇਹ ਗੱਲਾਂ ਸਾਹਮਣੇ ਰੱਖਣੀਆਂ ਨੇ। ਨਾਲ ਆਫ ਕੋਰਸ ਇਮੀਗ੍ਰੇਸ਼ਨ ਦਾ ਮਸਲਾ ਨਾ ਬਹੁਤ ਜ਼ਬਰਦਸਤ ਆ ਔਰ ਗਵਰਨਮੈਂਟ ਜਿਹੜੀ ਹੈ ਨਾ ਟੈਕਟਿਕਸ ਪਲੇ ਕਰਦੀ ਆ ਇਮੀਗ੍ਰੈਂਟਸ ਦੇ ਨਾਲ, ਕਦੀ ਕੁਝ ਤੇ ਕਦੀ ਕੁਝ, ਕਦੀ ਕੁਝ ਤੇ ਕਦੀ ਕੁਝ, ਸਮਝ ਨਹੀਂ ਆਉਣ ਦਿੰਦੀ। ਬਾਈਡਨ ਪ੍ਰਸ਼ਾਸਨ ਕੋਈ ਪਾਲਿਸੀ ਲੈ ਕੇ ਆਉਂਦਾ ਹੈ, ਡੋਨਲਡ ਟਰੰਪ ਉਹਦੇ ਫੇਵਰ 'ਚ ਨਹੀਂ ਜਾਂਦੇ, ਉਹਦੇ ਖਿਲਾਫ ਚਲੇ ਜਾਂਦੇ ਨੇ ਔਰ ਕੋਰਟ ਦੇ ਵਿੱਚ ਕੇਸਿਸ ਪੈਂਡਿੰਗ ਹੋ ਜਾਂਦੇ ਨੇ। ਔਰ ਜਿਹੜੇ ਇਮੀਗ੍ਰੈਂਟਸ ਨੇ ਉਹ ਆਪਣੀਆਂ ਵਾਈਫਸ ਨੂੰ, ਆਪਣੇ ਬੱਚਿਆਂ ਨੂੰ ਲਿਆਉਣ ਤੋਂ ਵਾਂਝੇ ਰਹਿ ਜਾਂਦੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ। ਤਮਾਮ ਤਰ੍ਹਾਂ ਦੀਆਂ ਗੱਲਾਂ ਜੀ, ਖਰਚੇ ਵੱਧ ਜਾਣਗੇ ਜੀ, ਜੌਬਸ ਚਲੀਆਂ ਜਾਣਗੀਆਂ ਜੀ, ਸਿਕਿਉਰਿਟੀ ਦਾ ਕੀ ਬਣੇਗਾ ਜੀ, ਬਹੁਤ ਗੱਲਾਂ ਹੁੰਦੀਆਂ ਨੇ। ਔਰ ਇਲੀਗਲ ਇਮੀਗ੍ਰੇਸ਼ਨ ਨੂੰ ਖਾਸ ਕਰਕੇ ਟਾਰਗੇਟ ਕਰਦੇ ਨੇ ਡੋਨਲਡ ਟਰੰਪ। ਨਾਓ ਇਹ ਦੋਵੇਂ ਮਸਲੇ
ਬਹੁਤ ਜ਼ਿਆਦਾ ਭਖਦੇ ਨੇ ਇਮੀਗ੍ਰੇਸ਼ਨ ਐਂਡ ਇਕੋਨਮੀ। ਸੋ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੇ ਵੋਟਰਸ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਆਉਂਦੀ ਹੈ ਕਿ ਸੈਕਿੰਡ ਟਰਮ ਜੇ ਸ਼ੁਰੂ ਕਰਦੇ ਨੇ ਡੋਨਾਲਡ ਟਰੰਪ, ਦੂਸਰੀ ਵਾਰ ਜੇ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਫਿਰ ਗਲੋਬਲ ਇਕੋਨਮੀ ਦਾ ਕੀ ਰੂਪ ਹੋਏਗਾ। ਟੈਰਿਫਸ, ਲੋਕਲ ਮਾਰਕੀਟ ਦੇ ਟੈਕਸਿਸ, ਔਰ ਉਹਨਾਂ ਨੂੰ ਬਾਹਰ ਦੀਆਂ ਕੰਪਨੀਆਂ ਨੂੰ ਕਿੰਨੀ ਰਿਲੈਕਸੇਸ਼ਨ ਮਿਲੇਗੀ, ਉਹਨਾਂ ਨੂੰ ਕਿੰਨਾ ਸਪੇਸ ਦਿੱਤਾ ਜਾਏਗਾ ਬਿਜ਼ਨਸ ਕਰਨ ਵਾਸਤੇ, ਕਿੱਥੇ ਤੱਕ ਖੁੱਲ੍ਹ ਮਿਲਣੀ ਚਾਹੀਦੀ ਹੈ, ਕਿੱਥੇ ਤੱਕ ਛੋਟ ਮਿਲਣੀ ਚਾਹੀਦੀ ਹੈ, ਔਰ ਕਿੱਥੇ ਕਿੱਥੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ। ਇਹ तमाम ਗੱਲਾਂ ਬਿਜ਼ਨਸ ਹੈ, ਬਿਕੋਜ਼ ਅੱਜ ਪੂਰੀ ਦੁਨੀਆ ਬਿਜ਼ਨਸ ਬਣ ਚੁੱਕੀ ਹੈ, ਇੱਕ ਪੂਰੀ ਦੁਨੀਆ ਕਾਰਪੋਰੇਟ ਬਣ ਚੁੱਕੀ ਹੈ। ਹਰ ਚੀਜ਼ ਬਿਜ਼ਨਸ ਹੈ, ਹਰ ਚੀਜ਼ ਬਿਜ਼ਨਸ ਦੇ ਲਾਜ਼ ਐਂਡ ਬਾਏ ਲਾਜ਼ ਦੇ ਮੁਤਾਬਿਕ ਕੰਮ ਕਰਦਾ। ਇਹ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਕਰੰਸੀਆਂ ਨੇ ਨਾ, ਇਹ ਆਪਣੇ ਆਪ ਦੇ ਵਿੱਚ ਪੂਰੇ ਦੇਸ਼ ਨੇ। ਇਹ ਕਰੰਸੀ ਦਾ ਜਿਹੜਾ ਗ੍ਰਾਫ ਬਣਦਾ, ਜਿਹੜੀਆਂ ਵੇਵਸ ਚੱਲਦੀਆਂ ਨੇ, ਉਹਦੇ ਨਾਲ ਪਤਾ ਲੱਗਦਾ ਕਿ ਹਰ ਦੇਸ਼ ਕਿੱਥੇ ਖੜਾ ਹੈ, ਉਹਦੀ ਇਕੋਨਮੀ ਕਿੱਥੇ ਖੜੀ ਆ। ਲੇਕਿਨ ਇਹਦੇ ਵਿੱਚ ਆਪਾਂ ਇਹ ਗੱਲ ਯਾਦ ਰੱਖਣੀ ਹੈ, ਸਟਾਕ ਮਾਰਕੀਟ, ਸ਼ੇਅਰ ਮਾਰਕੀਟ ਇਕੋਨਮੀ ਨਹੀਂ ਹੁੰਦੀ। ਇਕੋਨਮੀ ਇਜ਼ ਅ ਡਿਫਰੈਂਟ ਗੇਮ। ਸ਼ੇਅਰ ਮਾਰਕੀਟ, ਸਟਾਕ ਮਾਰਕੀਟ ਇੱਕ ਵੇਵ ਆ, ਉਹਦੇ ਵਿੱਚ ਤੇ ਪੈਸਾ ਲੱਗਦਾ, ਨਿਕਲਦਾ, ਕਦੀ ਪੈਸਾ ਸ਼ਿਫਟ ਹੋ ਕੇ ਦੂਜੇ ਦੇਸ਼ਾਂ ਦੀ ਇਕੋਨਮੀ 'ਚ ਚਲਾ ਜਾਂਦਾ, ਕਿਉਂਕਿ ਜਿੱਥੇ ਜਿੱਥੇ ਇਕੋਨਮੀ ਪਰਫਾਰਮ ਕਰੇਗੀ ਉੱਥੇ ਉੱਥੇ ਉਹ ਬਿਜ਼ਨਸਮੈਨ ਆਪਣਾ ਪੈਸਾ ਲਗਾਉਣਗੇ। ਇਸ ਕਰਕੇ ਇਕੋਨਮੀ ਇਜ਼ ਡਿਫਰੈਂਟ, ਮਾਰਕੀਟ ਇਜ਼ ਡਿਫਰੈਂਟ। ਨਾਓ ਹੁਣ ਇੱਥੇ ਆਪਾਂ ਗਲੋਬਲ ਇਕੋਨਮੀ ਦੀ ਗੱਲ ਕਰਾਂਗੇ ਤਾਂ ਇਹਦੇ ਵਿੱਚ ਸ਼ੇਅਰ ਮਾਰਕੀਟ ਐਂਡ ਸਟਾਕ ਮਾਰਕੀਟ ਉਹਦਾ ਇੱਕ ਹਿੱਸਾ ਹੋ ਸਕਦਾ ਹੈ। ਪੂਰੀ ਗਲੋਬਲ ਇਕੋਨਮੀ ਸਟਾਕ ਮਾਰਕੀਟ, ਸ਼ੇਅਰ ਮਾਰਕੀਟ ਨਹੀਂ ਹੈ। ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਕੰਮ ਕਰਦੇ ਨੇ। ਤਾਂ ਇੱਥੇ ਆ ਕੇ ਗੱਲ ਬਣਦੀ ਹੈ ਕਿ ਡੋਨਾਲਡ ਟਰੰਪ ਜੇ ਸੈਕਿੰਡ ਟਾਈਮ ਬਣਦੇ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ, ਤਾਂ ਗਲੋਬਲ ਇਕੋਨਮੀ ਕਿੱਥੇ ਠਹਿਰੇਗੀ, ਔਰ ਇਹਦੇ ਵਿੱਚ ਕਮਲਾ ਹੈਰਿਸ ਦੀਆਂ ਜਿਹੜੀਆਂ ਪਲਾਨਸ ਨੇ ਉਹ ਕੀ ਨੇ। ਇਹਦੇ ਵਿੱਚ ਆਪਾਂ ਰੀਸੈਂਟਲੀ ਇੱਕ ਗੱਲ ਕਰਦੇ ਹਾਂ, ਜੋ ਫੌਕਸ ਨਿਊਜ਼ ਦੇ ਉੱਤੇ ਇਸ ਵਕਤ ਕਮਲਾ ਹੈਰਿਸ ਦੀ ਇੰਟਰਵਿਊ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਇਮੀਗ੍ਰੇਸ਼ਨ ਦੀ, ਇਮੀਗ੍ਰੈਂਟਸ ਦੀ, ਕਿਉਂਕਿ ਡੋਨਾਲਡ ਟਰੰਪ ਦਾ ਇਹ ਇੱਕ ਸਟਾਰ ਇਸ਼ੂ ਆ। ਇਸ ਇਸ਼ੂ ਦੇ ਉੱਤੇ ਹੀ ਉਹ ਸਾਰੀ ਗੇਮ ਖੇਡਦੇ ਨੇ। ਜਿਸ ਤਰ੍ਹਾਂ ਕਮਲਾ ਹੈਰਿਸ ਕੋਲ ਐਬੋਰਸ਼ਨ ਦਾ ਇਸ਼ੂ ਆ, ਡੈਮੋਕ੍ਰੈਟਸ ਕੋਲ, ਰਿਪਬਲਿਕਨਸ ਕੋਲ ਇਸ਼ੂ ਆ ਇਮੀਗ੍ਰੇਸ਼ਨ ਦਾ। ਸੋ ਬਹੁਤ ਜ਼ਿਆਦਾ ਗ੍ਰਿਲ ਕੀਤਾ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਔਰ ਉਹਨਾਂ ਦੀ ਪਾਰਟੀ ਨੂੰ ਇਮੀਗ੍ਰੇਸ਼ਨ ਦੇ ਇਸ਼ੂ ਦੇ ਉੱਤੇ। ਵਾਈ? ਜੇ ਪੋਟੈਂਸ਼ੀਅਲ ਵੋਟਰਸ ਨੇ ਜਿਹੜੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਹੜੇ ਹਜੇ ਵੀ ਅਨਡਿਸਾਈਡਡ ਨੇ, ਕਿਉਂਕਿ ਟਾਰਗੇਟ ਆਡੀਅנס ਉਹੀ ਨੇ ਹਰ ਇੰਟਰਵਿਊ ਦੇ, ਹਰ ਡਿਬੇਟ ਦੇ, ਕਿ ਸਭ ਨੂੰ ਆਪਣੇ ਵੱਲ ਲਿਆਂਦਾ ਜਾਵੇ, ਔਰ ਜਿਹੜੇ ਉਧਰ ਵੀ ਦੂਸਰੇ ਦੇ ਖੇਮੇ 'ਚ, ਦੂਸਰੇ ਦੀ ਕੈਂਪ ਵਿੱਚ ਹੈਗੇ ਨੇ ਵੋਟਰਸ, ਉਹਨਾਂ ਨੂੰ ਵੀ ਤੋੜ ਕੇ ਆਪਣੇ ਵੱਲ ਲਿਆਂਦਾ ਜਾਵੇ। ਦੈਟ ਇਜ਼ ਵਾਈ ਵਿਨ ਵਿਨ ਕਰਨਾ ਹੈ। ਤਾਂ ਹੀ ਤਾਂ 538 ਵਿੱਚੋਂ 270 ਸੀਟਾਂ ਜਿੱਤਣੀਆਂ ਨੇ, ਨਹੀਂ ਤਾਂ ਕਿੱਦਾਂ ਜਿੱਤਣੀਆਂ ਨੇ। ਔਰ ਕਈ ਸਵਿੰਗ ਸਟੇਟਸ ਨੇ ਜਿਹਦੇ ਬਾਰੇ ਦੋਨੋਂ ਪਾਰਟੀਜ਼ ਹੀ ਕਲੀਅਰ ਨਹੀਂ ਹੈਗੇ ਕਿ ਕਿਹਦੀ ਮੈਜੋਰਿਟੀ ਹੈ, ਕਿਹਦੀ ਨਹੀਂ ਹੈਗੀ। ਉਹਦੇ ਵਿੱਚ ਜਾਰਜੀਆ ਦੀ ਵੀ ਗੱਲ ਹੁੰਦੀ ਹੈ, ਪੈਨਸਿਲਵੇਨੀਆ ਦੀ ਵੀ ਗੱਲ ਹੁੰਦੀ ਆ, ਤੇ ਜਾਰਜੀਆ ਦੀ ਤਾਂ ਵੋਟਿੰਗ ਵੀ ਹੁਣ ਹੋ ਰਹੀ ਆ, ਉਹ ਵੀ ਸਾਰੀ ਗੱਲ ਚੱਲਦੀ ਪਈ ਆ। ਉੱਥੋਂ ਦੇ ਜਿਹੜੇ ਪੋਟੈਂਸ਼ੀਅਲ ਵੋਟਰਸ ਨੇ ਉਹ ਕਿੱਧਰ ਨੂੰ ਜਾਣਗੇ ਤੇ ਕੀ ਡਿਸਾਈਡ ਕਰਨਗੇ, ਇਹ ਤਾਂ ਖੈਰ ਇਲੈਕਸ਼ਨਸ ਤੋਂ ਬਾਅਦ ਪਤਾ ਲੱਗੂਗਾ। ਨਾਓ ਕਮਿੰਗ ਟੂ ਦਾ ਪੁਆਇੰਟ, ਜਿਹੜਾ ਫੌਕਸ ਨਿਊਜ਼ ਦੀ ਇੰਟਰਵਿਊ ਹੈ ਉਹਦੇ ਵਿੱਚ ਗ੍ਰਿਲ ਕੀਤਾ ਹੈ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨੂੰ ਇਸ ਇਸ਼ੂ ਦੇ ਉੱਤੇ ਕਿ ਤੁਸੀਂ ਵੀ ਬਣੇ ਸੀ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਫਿਰ ਤੁਸੀਂ ਉਸ ਵੇਲੇ ਬਾਰਡਰ ਬਿੱਲ ਦੇ ਉੱਤੇ ਕੰਮ ਕਿਉਂ ਨਹੀਂ ਕੀਤਾ? ਤੁਹਾਨੂੰ ਕਿਸੇ ਨੇ ਰੋਕਿਆ ਸੀ? ਕਰ ਲੈਣਾ ਸੀ। ਬਾਈਡਨ ਪ੍ਰਸ਼ਾਸਨ ਇਲੀਗਲ ਇਮੀਗ੍ਰੇਸ਼ਨ ਨੂੰ ਬਿਲਕੁਲ ਵੀ ਨਹੀਂ ਐਕਸੈਪਟ ਕਰਦਾ। ਲੀਗਲ ਇਮੀਗ੍ਰੇਸ਼ਨ ਦੀ ਅਸੀਂ ਗੱਲ ਕਰਦੇ ਹਾਂ। ਸਾਡੇ ਵਾਸਤੇ ਅਮਰੀਕਾ ਦੀ ਸਿਕਿਉਰਿਟੀ ਪ੍ਰਾਇੋਰਟੀ ਤੇ ਹੈ, ਬਾਰਡਰ ਸਿਕਿਉਰਿਟੀ ਪ੍ਰਾਇੋਰਟੀ ਤੇ ਹੈ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ, ਕਮਲਾ ਹੈਰਿਸ ਇਹ ਕਹਿ ਰਹੇ ਨੇ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਿਕਿਉਰਿਟੀ ਟਾਈਟ ਕਰੋ, ਇਲੀਗਲ ਇਮੀਗ੍ਰੇਸ਼ਨ ਨੂੰ ਰੋਕੋ, ਔਰ ਬਾਰਡਰਸ ਨੂੰ ਬਿਲਕੁਲ ਸੇਫ ਕਰੋ। ਅਸੀਂ ਹਮੇਸ਼ਾ ਕਹਿੰਦੇ ਹਾਂ, ਔਰ ਇਸੇ ਪਾਲਿਸੀ ਦੇ ਉੱਤੇ ਆਪਾਂ ਕੰਮ ਕਰਦੇ ਹਾਂ। ਪਰ ਨਾਲ ਉਹਦੇ ਜੋ ਇਮੀਗ੍ਰੈਂਟਸ ਦੇ ਹੱਕ ਨੇ, ਜੋ ਉਹਨਾਂ ਦੇ ਰਾਈਟਸ ਨੇ, ਉਹਨਾਂ ਉੱਤੇ ਵੀ ਕੰਮ ਕਰਦੇ ਹਾਂ। ਤਾਂ ਹੀ ਅਸੀਂ ਉਹਨਾਂ ਦੇ ਫੇਵਰ ਦੇ ਵਿੱਚ ਬਿੱਲ ਲੈ ਕੇ ਆਉਂਦੇ ਹਾਂ ਕਿ ਤੁਸੀਂ ਆਪਣੇ ਸਪਾਊਸਿਸ ਨੂੰ, ਆਪਣੇ ਬੱਚਿਆਂ ਨੂੰ ਲਿਆ ਸਕਦੇ ਹੋ। ਤਕਰੀਬਨ 5 ਲੱਖ ਦੇ ਕਰੀਬ ਸਪਾਊਸਿਸ ਨੇ ਜਿਨ੍ਹਾਂ ਨੇ ਆਉਣਾ, ਜੀਵਨ ਸਾਥੀਆਂ ਨੇ, ਨਹੀਂ ਆ ਪਾ ਰਹੇ ਕਿਉਂਕਿ ਕੋਰਟ ਦੇ ਵਿੱਚ ਕੇਸਿਸ ਪੈਂਡਿੰਗ ਹੋ ਗਏ ਨੇ, ਕਿਉਂਕਿ ਡੋਨਾਲਡ ਟਰੰਪ ਦੀ ਲੀਗਲ ਟੀਮ ਨੇ ਬਾਈਡਨ ਪ੍ਰਸ਼ਾਸਨ ਦੀ ਜੋ ਬਿੱਲ ਦੀ ਸਾਰੀ ਪ੍ਰਕਿਰਿਆ ਹੈ ਉਸ ਨੂੰ ਪੌਜ਼ ਕਰਵਾ ਦਿੱਤਾ। ਔਰ 50,000 ਦੇ ਕਰੀਬ ਬੱਚੇ ਨੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਨੂੰ ਮਿਲਣਾ ਆ ਕੇ, ਜਾਂ ਮਾਂ ਕੋਲ ਰਹਿ ਰਹੇ ਨੇ ਜਾਂ ਪਿਓ ਕੋਲ ਰਹਿ ਰਹੇ ਨੇ, ਬਾਕੀ ਮੰਮੀ ਜਾਂ ਪਾਪਾ ਉਹਦੇ ਅਮਰੀਕਾ ਦੀ ਧਰਤੀ ਦੇ ਉੱਤੇ ਨੇ। ਸੋ ਇਸ ਨੂੰ ਕਮਲਾ ਹੈਰਿਸ ਨੇ ਟਾਰਗੇਟ ਕੀਤਾ ਕਿ ਤੁਸੀਂ ਬਿੱਲ ਕਿਉਂ ਨਹੀਂ ਪਾਸ ਕੀਤਾ, ਬਾਰਡਰ ਬਿੱਲ, ਜਦੋਂ ਤੁਸੀਂ ਸੀਗੇ ਪ੍ਰੈਜ਼ੀਡੈਂਟ ਆਫ ਅਮਰੀਕਾ। ਨਾਓ ਅਸੀਂ ਜੋ ਕੰਮ ਕਰ ਰਹੇ ਹਾਂ ਇਸ ਇਸ਼ੂ ਦੇ ਉੱਤੇ, ਇਮੀਗ੍ਰੇਸ਼ਨ ਦੇ ਉੱਤੇ,
ਤੁਸੀਂ ਉਹ ਕੰਮ ਨਹੀਂ ਕਰ ਰਹੇ, ਤੁਸੀਂ ਸਿਰਫ ਗੱਲਾਂ ਕਰ ਰਹੇ ਹੋ। ਅਸੀਂ ਲਾਜ਼ ਲੈ ਕੇ ਆਉਂਦੇ ਹਾਂ, ਅਸੀਂ ਰੈਗੂਲੇਸ਼ਨਸ ਲੈ ਕੇ ਆਉਂਦੇ ਹਾਂ, ਤੇ ਤੁਸੀਂ ਧਮਕੀਆਂ ਲੈ ਕੇ ਆਉਂਦੇ ਹੋ। ਤੁਸੀਂ ਸਰੇਆਮ ਧਮਕੀਆਂ ਦਿੰਦੇ ਹੋ, ਮਿਲਟਰੀ ਦਾ ਇਸਤੇਮਾਲ ਕਰਾਂਗੇ, ਇਲੀਗਲ ਇਮੀਗ੍ਰੈਂਟਸ ਨੂੰ ਕੱਢ ਦੇਵਾਂਗੇ, ਔਰ ਜਿਨ੍ਹਾਂ ਦੇ ਖਿਲਾਫ ਜੋ ਵੀ ਇਨਕੁਆਇਰੀਆਂ ਬਣਦੀਆਂ ਨੇ ਉਹ ਵੀ ਕਰਾਂਗੇ। ਤੁਸੀਂ ਫੋਰਸ, ਆਰਮੀ ਦੀ ਫੋਰਸ ਦਾ ਇਸਤੇਮਾਲ ਕਰਨ ਦੀ ਧਮਕੀ ਦਿੰਦੇ ਹੋ, ਔਰ ਧਮਕੀ ਦੇਣਾ ਤੁਹਾਡੀਆਂ ਕੈਂਪੇਨਸ ਦਾ ਇੱਕ ਹਿੱਸਾ ਹੈ। ਕਦੀ ਤੁਸੀਂ ਆਫੀਸ਼ੀਅਲਸ ਨੂੰ ਧਮਕੀਆਂ ਦਿੰਦੇ ਹੋ, ਕਦੀ ਤੁਸੀਂ ਬਿਊਰੋਕਰੇਟਸ ਨੂੰ ਧਮਕੀਆਂ ਦਿੰਦੇ ਹੋ। ਤੁਸੀਂ ਇੱਕ ਆਪਣੀ ਨਿੱਜੀ ਪ੍ਰਾਈਵੇਟ ਲਿਸਟ ਵੀ ਬਣਾਈ ਹੋਈ ਹੈ। ਤੁਸੀਂ ਗੱਲ ਕਰਦੇ ਹੋ ਐਨਮੀ ਵਿਦਿਨ, ਉਸ ਲਿਸਟ ਦੇ ਵਿੱਚ ਜਿਹੜੀ ਤੁਸੀਂ ਪ੍ਰਾਈਵੇਟ ਨਿੱਜੀ ਬਣਾਈ ਹੋਈ ਹੈ, ਉਹਨਾਂ ਲੋਕਾਂ ਦੇ ਨਾਮ ਸ਼ਾਮਿਲ ਨੇ ਜਿਨ੍ਹਾਂ ਦੇ ਖਿਲਾਫ ਤੁਸੀਂ ਇਨਕੁਆਇਰੀਆਂ ਚਲਾਉਣੀਆਂ ਨੇ, ਜੇ ਤੁਸੀਂ ਸੈਕਿੰਡ ਟਾਈਮ ਬਣ ਜਾਂਦੇ ਹੋ ਪ੍ਰੈਜ਼ੀਡੈਂਟ ਆਫ ਅਮਰੀਕਾ। ਇਹ तमाम ਗੱਲਾਂ ਤੁਸੀਂ ਕਰਦੇ ਪਏ ਹੋ, ਇਹ ਸੂਟ ਕਰਦੀਆਂ ਨੇ ਕੌਨਸਟੀਟਿਊਸ਼ਨ ਦੇ ਮੁਤਾਬਿਕ, ਅਮਰੀਕਨ ਕੌਨਸਟੀਟਿਊਸ਼ਨ ਦੇ ਮੁਤਾਬਿਕ ਤੁਹਾਨੂੰ ਕਹਿਣੀਆਂ ਸ਼ੋਭਾ ਦਿੰਦੀਆਂ ਨੇ। ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਚੱਲਦੇ ਪਏ ਹੋ। ਸੋ ਜੇ ਤੁਸੀਂ ਇਹ ਵਾਕਈ ਅਮਰੀਕਾ ਦੀ ਸਿਕਿਉਰਿਟੀ ਦੀ ਗੱਲ ਕਰਦੇ ਹੋ, ਬਾਰਡਰ ਸਿਕਿਉਰਿਟੀ ਦੀ ਗੱਲ ਕਰਦੇ ਹੋ, ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੋ, ਔਰ ਅੱਜ ਤੁਸੀਂ तमाम ਤਰ੍ਹਾਂ ਦੇ ਝੂਠ ਵੀ ਬੋਲਦੇ ਪਏ ਹੋ ਇਮੀਗ੍ਰੈਂਟਸ ਦੇ ਖਿਲਾਫ। ਕਦੀ ਕਹਿੰਦੇ ਹੋ ਕੁੱਤੇ ਬਿੱਲੀਆਂ ਨੂੰ ਖਾ ਜਾਂਦੇ ਨੇ, ਕਦੀ ਕਹਿੰਦੇ ਨੇ ਉਹ ਜੇ ਜਾਨ ਲੈ ਲੈਣ ਅਮਰੀਕਨਸ ਦੀ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕਦੀ ਕਹਿੰਦੇ ਹੋ ਕਿ ਉਹਨਾਂ ਨੂੰ ਉੱਥੇ ਭੇਜਾਂਗੇ ਜਿੱਥੇ ਜਿੱਥੇ ਅਮਰੀਕਾ ਦੀਆਂ ਫੌਜਾਂ ਜੰਗ ਲੜਦੀਆਂ ਪਈਆਂ ਨੇ, ਉੱਥੇ ਭੇਜ ਦਿਆਂਗੇ ਉਹਨਾਂ ਨੂੰ, ਔਰ ਫੌਜਾਂ ਨੂੰ ਵਾਪਸ ਬੁਲਾ ਲਾਂਗੇ ਅਮਰੀਕਾ ਦੀ ਸਿਕਿਉਰਿਟੀ ਵਾਸਤੇ, ਇੰਟਰਨਲ ਸਿਕਿਉਰਿਟੀ ਵਾਸਤੇ, ਬਾਰਡਰ ਸਿਕਿਉਰਿਟੀ ਵਾਸਤੇ। ਕਦੀ ਕਹਿੰਦੇ ਹੋ ਕਿ ਨਵੰਬਰ 5 ਵਾਸਤੇ ਔਰ ਉਸ ਤੋਂ ਪਹਿਲਾਂ ਇਲੈਕਸ਼ਨਸ ਦੇ ਮਾਹੌਲ ਵਾਸਤੇ ਨੈਸ਼ਨਲ ਗਾਰਡਸ ਦੇ ਜਿਹੜੀ ਸਿਕਿਉਰਿਟੀ ਆ ਉਹਨੂੰ ਅਲਰਟ ਕੀਤਾ ਜਾਵੇ, ਉਹਨੂੰ ਲਗਾਇਆ ਜਾਵੇ ਥਾਂ ਥਾਂ ਦੇ ਉੱਤੇ ਕਿ ਨਵੰਬਰ 5 ਨੂੰ ਕਿਓਸ ਨਾ ਹੋ ਜਾਏ, ਕੋਈ ਗੜਬੜੀ ਨਾ ਹੋ ਜਾਵੇ ਇਲੈਕਸ਼ਨਸ ਦੇ ਨਤੀਜਿਆਂ ਤੋਂ ਬਾਅਦ। ਮਤਲਬ ਇਹ ਥ੍ਰੈਟਿੰਗ, ਇਹ ਧਮਕੀਆਂ ਭਰੀ ਤੁਹਾਡੀ ਭਾਸ਼ਾ, ਔਰ ਇਸ ਨੂੰ ਕਮਲਾ ਹੈਰਿਸ ਨੇ ਗ੍ਰਿਲ ਕੀਤਾ, ਔਰ ਉਹਨਾਂ ਨੇ ਇੱਕ ਸਿੱਧਾ ਸਤਾ ਇਲਜ਼ਾਮ ਲਗਾਇਆ ਕਿ ਤੁਸੀਂ ਇਮੀਗ੍ਰੇਸ਼ਨ ਦੀ ਪਾਲਿਸੀ ਨਹੀਂ ਲੈ ਕੇ ਆਏ, ਬਿੱਲ ਨਹੀਂ ਪਾਸ ਕੀਤਾ। ਤੇ ਕਿਉਂ ਨਹੀਂ ਕੀਤਾ? ਕਿਉਂਕਿ ਤੁਸੀਂ ਇਸ ਸਮੱਸਿਆ ਨੂੰ ਹੱਲ ਨਹੀਂ ਕਰਨਾ ਚਾਹੁੰਦੇ, ਬਿਲਕੁਲ ਵੀ ਨਹੀਂ ਕਰਨਾ ਚਾਹੁੰਦੇ। ਤੁਸੀਂ ਇਸ ਸਮੱਸਿਆ ਨੂੰ ਵਧਾਉਣਾ ਚਾਹੁੰਦੇ ਹੋ, ਖਲੇਰਾ ਪਾਉਣਾ ਚਾਹੁੰਦੇ ਹੋ, ਤਾਂ ਕਿ ਇਸ ਸਮੱਸਿਆ ਨੂੰ ਇਸ਼ੂ ਬਣਾ ਕੇ ਤੁਸੀਂ ਵੋਟ ਬੈਂਕ ਕ੍ਰੀਏਟ ਕਰ ਸਕੋ। ਤੁਸੀਂ ਇਸ ਸਮੱਸਿਆ ਦੇ ਆਲੇ ਦੁਆਲੇ ਆਪਣੀ ਰਾਜਨੀਤੀ ਬੁਣਨਾ ਚਾਹੁੰਦੇ ਹੋ। ਇਸ ਕਰਕੇ ਤੁਸੀਂ ਇਸ ਪ੍ਰੋਬਲਮ ਨੂੰ ਫਿਕਸ ਨਹੀਂ ਕਰਨਾ ਚਾਹੁੰਦੇ, ਤੁਸੀਂ ਇਸ ਪ੍ਰੋਬਲਮ ਨੂੰ ਸੋਲਵ ਨਹੀਂ ਕਰਨਾ ਚਾਹੁੰਦੇ, ਤੁਸੀਂ ਇਸ ਪ੍ਰੋਬਲਮ ਨੂੰ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਕਿ ਇਹਦੇ ਖਿਲਾਫ, ਇਹਦੇ ਆਸ-ਪਾਸ ਤੁਸੀਂ ਆਪਣੀ ਰਾਜਨੀਤੀ ਬੁਣ ਸਕੋ, ਵੋਟ ਬੈਂਕ ਕ੍ਰੀਏਟ ਕਰ ਸਕੋ। ਕਿਉਂਕਿ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਮੁੱਦਿਆਂ ਦੇ ਉੱਤੇ ਰਾਜਨੀਤੀ ਹੁੰਦੀ ਹੈ। ਡੈਮੋਕ੍ਰੇਸੀ is an issue based politics। ਜਦੋਂ ਤੱਕ ਇਸ਼ੂਜ਼ ਨਹੀਂ ਹੋਣਗੇ ਤੁਸੀਂ ਕਾਹਦੇ ਉੱਤੇ ਕੈਂਪੇਨਸ ਕਰੋਗੇ, ਲੈਕਚਰ ਦਿਓਗੇ, ਲੋਕਾਂ ਨੂੰ ਆਪਣੇ ਨਾਲ ਜੋੜੋਗੇ? ਧਰੁਵੀਕਰਨ ਜਿਹਨੂੰ ਆਪਾਂ ਕਹਿੰਦੇ ਆ, ਹੈ ਨਾ, ਵੋਟਾਂ ਦੇ ਵਿੱਚ ਇਮੋਸ਼ਨਲੀ ਚਾਰਜ ਕਰਕੇ ਲੋਕਾਂ ਨੂੰ ਆਪਣੇ ਵੱਲ ਲੈ ਕੇ ਆਓਗੇ। ਪੋਲਰਾਈਜੇਸ਼ਨ ਕਿੱਦਾਂ ਕਰੋਗੇ? ਇਸ਼ੂਜ਼ ਦੇ ਉੱਤੇ ਤਾਂ ਕਰੋਗੇ। ਜੇ ਇਸ਼ੂ ਹੀ ਖਤਮ ਕਰ ਦਿੱਤਾ ਤੇ ਤੁਹਾਡੀ ਖਤਮ ਹੋ ਗਈ ਰਾਜਨੀਤੀ। ਸੋ ਇਸ ਨੂੰ ਤੁਸੀਂ ਇਸ਼ੂ ਬਣਾ ਕੇ ਚੱਲਣਾ ਚਾਹੁੰਦੇ ਹੋ, ਔਰ ਇਸ ਨੂੰ ਹਮੇਸ਼ਾ ਲੈ ਕੇ ਚੱਲਣਾ ਚਾਹੁੰਦੇ ਹੋ। ਜਿੱਦਾਂ ਕਮਲਾ ਹੈਰਿਸ ਦੇ ਉੱਤੇ ਅਟੈਕ ਮਾਰਦੇ ਨੇ ਡੋਨਲਡ ਟਰੰਪ, ਕਿ ਜਿਹੜਾ ਐਬੋਰਸ਼ਨ ਦਾ ਇਸ਼ੂ ਆ ਉਹ ਤੁਹਾਡਾ ਇੱਕ ਪੋਲੀਟੀਕਲ ਇਸ਼ੂ ਆ, ਤੁਹਾਡੀਆਂ ਵੋਟਾਂ ਵਾਸਤੇ ਵੋਟ ਬੈਂਕ ਕ੍ਰੀਏਟ ਕਰਨ ਦਾ ਇਸ਼ੂ ਆ, ਤੁਸੀਂ ਉਹਨੂੰ ਹੱਲ ਨਹੀਂ ਕਰਨਾ ਚਾਹੁੰਦੇ। ਔਰ ਜੇ ਕਿਤੇ ਕਮਲਾ ਹੈਰਿਸ ਨੂੰ ਉਹ ਕਹਿੰਦੇ ਨੇ ਕਿ ਜੇ ਕਿਤੇ ਤੁਸੀਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੇ ਹੋ ਤਾਂ ਤੁਸੀਂ ਇਸ ਇਸ਼ੂ ਨੂੰ ਡ੍ਰੌਪ ਕਰ ਦਿਓਗੇ, ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕਰੋਗੇ, ਕਿਉਂਕਿ ਨੈਕਸਟ ਇਲੈਕਸ਼ਨਸ ਵਾਸਤੇ ਤੁਸੀਂ ਫਿਰ ਇਸੇ ਇਸ਼ੂ ਨੂੰ ਚੁੱਕ ਕੇ ਲੈ ਕੇ ਆਉਣਾ ਔਰ ਇਹਦੇ ਉੱਤੇ ਫਿਰ ਵੋਟਾਂ ਕ੍ਰੀਏਟ ਕਰਨੀਆਂ, ਲੇਡੀਜ਼ ਨੂੰ ਆਪਣੇ ਨਾਲ ਜੋੜਨਾ। ਐਬੋਰਸ਼ਨ ਦਾ ਇਸ਼ੂ, ਮਾਈ ਬਾਡੀ ਮਾਈ ਚੋਇਸ। ਲਾਈਕਵਾਈਜ਼ ਇਮੀਗ੍ਰੇਸ਼ਨ ਦੇ ਇਸ਼ੂ ਦੇ ਉੱਤੇ ਘੇਰਦੇ ਨੇ ਉਹ ਡੋਨਲਡ ਟਰੰਪ ਨੂੰ ਕਮਲਾ ਹੈਰਿਸ। ਫੌਕਸ ਨਿਊਜ਼ ਦੀ ਡਿਬੇਟ, ਇਹਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਸਾਹਮਣੇ ਆਈ ਹੈ। ਔਰ ਬਾਈਡਨ ਪ੍ਰਸ਼ਾਸਨ ਨੂੰ ਸੇਵ ਕਰਦੇ ਨੇ, ਮਿਸਟਰ ਬਾਈਡਨ ਦੀ ਸਿਹਤ ਨੂੰ ਲੈ ਕੇ ਵੀ ਗੱਲ ਕਰਦੇ ਨੇ ਕਿ ਹੀ ਇਜ਼ ਫਿਟ। ਹੁਣ ਤੁਸੀਂ ਕਹੋ ਦਿਮਾਗੀ ਤੌਰ 'ਤੇ ਕਮਜ਼ੋਰ ਹੋ ਗਏ ਨੇ, ਭੁਲੱਕੜ ਹੋ ਗਏ ਨੇ, ਜਾਂ ਸਰੀਰਕ ਤੌਰ 'ਤੇ ਕਮਜ਼ੋਰ ਹੋ ਗਏ ਨੇ। ਉਦੋਂ ਪ੍ਰੈਜ਼ੀਡੈਂਟ ਨੇ, ਸਿਟਿੰਗ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਔਰ ਆਪਣੀਆਂ ਸਾਰੀਆਂ ਰਿਸਪੌਂਸਿਬਿਲਿਟੀਜ਼ ਨਿਭਾਉਂਦੀਆਂ ਪਏ ਨੇ। ਔਰ ਜਿਸ ਤਰ੍ਹਾਂ ਡੋਨਲਡ ਟਰੰਪ ਕਈ ਵਾਰ ਮਜ਼ਾਕ ਉਡਾ ਦਿੰਦੇ ਨੇ ਜੋ ਬਾਈਡਨ ਦਾ, ਉਹ ਵੀ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ, ਵੱਡੇ ਵੱਡੇ ਸੈਲੀਬ੍ਰਿਟੀਜ਼ ਨੂੰ ਪਸੰਦ ਨਹੀਂ ਆ ਰਿਹਾ ਕਿ ਇੱਕ ਬੰਦਾ ਬਜ਼ੁਰਗ ਹੈ, ਤੁਸੀਂ ਉਹਦਾ ਮਜ਼ਾਕ ਉਡਾਓਗੇ। ਮਤਲਬ ਇੱਕ ਗੱਲ ਕੋਈ ਕਹਿਣ ਵਾਲੀ ਹੁੰਦੀ ਆ ਕਿ ਇੱਕ ਬਜ਼ੁਰਗ ਹੋ ਗਏ ਨੇ, ਚਲੋ ਉਹਨਾਂ ਨੂੰ ਆਰਾਮ ਦੀ ਲੋੜ ਹੈ, ਔਰ ਅਗਲੀ ਵਾਰ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਵਾਸਤੇ ਉਹਨਾਂ ਦੀ ਫਿਜ਼ਿਕ, ਉਹਨਾਂ ਦੀ ਉਮਰ, ਉਹਨਾਂ ਦੀ ਸਿਹਤ ਉਹਨਾਂ ਦਾ ਸਾਥ ਨਹੀਂ ਦੇ ਰਹੀ, ਉਹ ਹਟ ਤਾਂ ਗਏ ਨੇ ਰੇਸ 'ਚੋਂ, ਕਮਲਾ ਹੈਰਿਸ ਨੂੰ ਅੱਗੇ ਤਾਂ ਲੈ ਆਏ ਨੇ, ਔਰ ਉਸ ਦੇ ਬਾਵਜੂਦ ਵੀ ਉਹਨਾਂ ਦੇ ਉੱਤੇ ਇੱਦਾਂ ਦੀਆਂ ਗੱਲਾਂ ਕਰਨੀਆਂ ਔਰ ਇਹ ਗੱਲ ਕਹਿਣੀ ਇਹ ਸ਼ੋਭਾ ਦਿੰਦੀ ਹੈ ਕਿ ਸਾਡੇ ਘਰਾਂ 'ਚ ਬਜ਼ੁਰਗ ਨਹੀਂ ਹੈਗੇ
ਤੇ ਉਹ ਆਪਣੇ ਘਰਾਂ ਦੇ ਬਜ਼ੁਰਗਾਂ ਦੇ ਖਿਲਾਫ ਅਸੀਂ ਇੱਦਾਂ ਬੋਲ ਦਿੰਦੇ ਹਾਂ? ਨਹੀਂ। ਤੇ ਫਿਰ ਇਹ ਥੋੜ੍ਹਾ ਕਿ ਪੋਲੀਟੀਕਲ ਸਟੇਜ ਦੇ ਉੱਤੇ ਤੁਸੀਂ ਕੁਝ ਵੀ ਬੋਲੋਗੇ। ਜੋ ਬਾਈਡਨ ਦੇ ਖਿਲਾਫ ਬਜ਼ੁਰਗ ਨੇ। ਸੋ ਇਹ ਸਭ ਗੱਲਾਂ ਕਮਲਾ ਹੈਰਿਸ ਲੈ ਕੇ ਆ ਰਹੇ ਨੇ। ਸੋ ਜਿਹੜੀਆਂ ਇਹ ਸਮੱਸਿਆਵਾਂ ਨੇ, ਇਹ ਸਮੱਸਿਆਵਾਂ ਦਾ ਹੱਲ ਕੀ ਹੈ? ਹੱਲ ਮੌਜੂਦ ਹੈ, ਫਿਰ ਵੀ ਹੱਲ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਇਹਨਾਂ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਹੀ ਵੋਟਾਂ ਲੈਣੀਆਂ ਨੇ। ਇਸ ਕਰਕੇ ਇਸ਼ੂ ਹਮੇਸ਼ਾ ਜਿਉਂਦਾ ਰੱਖਣਾ ਚਾਹੀਦਾ, ਉਹਦੇ ਆਸ-ਪਾਸ ਰਾਜਨੀਤੀ ਬੁਣਨੀ ਚਾਹੀਦੀ ਹੈ। ਇਹ ਪੂਰੇ ਵਰਲਡ ਦੀ ਇਹੀ ਸਮੱਸਿਆ ਹੈ। ਪੂਰੀ ਦੁਨੀਆ ਦੇ ਜਿੰਨੇ ਵੀ ਮੁਲਕ ਨੇ ਉਹਦੇ ਵਿੱਚ ਇਹੀ ਕੁਝ ਹੈ। ਹਰ ਥਾਂ ਦੇ ਉੱਤੇ ਸਮੱਸਿਆ ਵੱਖਰੀ ਹੈ, ਪਰ ਸਮੱਸਿਆ ਨੂੰ ਹੈਂਡਲ ਕਰਨ ਦਾ ਤਰੀਕਾ ਹੀ ਉਹ ਹੈ। ਉਹਨੂੰ ਹੱਲ ਨਹੀਂ ਕਰਨਾ, ਉਹਦੇ ਆਲੇ ਦੁਆਲੇ ਆਪਣੀ ਰਾਜਨੀਤੀ ਬੁਣ ਕੇ ਉਹਦੇ ਉੱਤੇ ਵੋਟਾਂ ਲੈਣੀਆਂ ਨੇ, ਲੋਕਾਂ ਨੂੰ ਇਮੋਸ਼ਨਲੀ ਚਾਰਜ ਕਰਨਾ। ਔਰ ਕਮਲਾ ਹੈਰਿਸ ਅੱਗੇ ਵਧਾਉਂਦੇ ਨੇ ਇਸ ਗੱਲ ਨੂੰ ਕਿ ਤੁਸੀਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੋ, ਇਲੀਗਲ ਇਮੀਗ੍ਰੈਂਟਸ ਦੀ ਗੱਲ ਕਰਦੇ ਹੋ। ਆਫ ਕੋਰਸ ਇਸ ਮਾਮਲੇ ਦੇ ਉੱਤੇ ਕੰਮ ਹੋਣਾ ਚਾਹੀਦਾ, ਸਾਨੂੰ ਇਸ ਸਮੱਸਿਆ ਨੂੰ ਨਜਿੱਠਣਾ ਚਾਹੀਦਾ, ਬਟ ਇਨ ਵਾਟ ਵੇ? ਅਸੀਂ ਵੀ ਇਲੀਗਲ ਤਰੀਕੇ ਨਾਲ ਹੈਂਡਲ ਕਰਾਂਗੇ ਇਸ ਨੂੰ? ਅਸੀਂ ਤਾਂ ਲੀਗਲ ਤਰੀਕੇ ਨਾਲ ਹੈਂਡਲ ਕਰੀਏ। ਇਹ ਥੋੜਾ ਕਿ ਇਲੀਗਲ ਇਮੀਗ੍ਰੈਂਟਸ ਆ ਗਏ ਜਾਂ ਇਲੀਗਲੀ ਰਹਿ ਰਹੇ ਨੇ ਤੇ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਅਸੀਂ ਵੀ ਇਲੀਗਲ ਹੋ ਜਾਈਏ, ਕੌਨਸਟੀਟਿਊਸ਼ਨ ਅਮਰੀਕਾ ਦੇ ਮੁਤਾਬਿਕ ਨਾ ਚੱਲ ਕੇ ਆਪਣੀ ਮਨਮਾਨੀ ਕਰੀਏ। ਇਹ ਤਾਂ ਨਹੀਂ ਹੋ ਸਕਦਾ ਨਾ। ਉਸ ਇਲੀਗਲ ਇਸ਼ੂ ਨੂੰ ਹੈਂਡਲ ਕਰਨ ਵਾਸਤੇ ਸਾਨੂੰ ਤਾਂ ਲੀਗਲ ਹੀ ਹੋਣਾ ਪੈਣਾ ਹੈ। ਅਸੀਂ ਤਾਂ ਲੀਗਲੀ ਹੈਂਡਲ ਕਰਾਂਗੇ ਇਸ ਨੂੰ, ਕਿਉਂਕਿ ਕਮਲਾ ਹੈਰਿਸ ਖੁਦ ਕਾਨੂੰਨ ਦੀ ਬੈਕਗਰਾਊਂਡ ਤੋਂ ਨੇ। ਸ਼ੀ ਇਜ਼ ਅ ਲਾਇਰ, ਇਸ ਕਰਕੇ ਕਾਨੂੰਨ ਨੂੰ ਨਹੀਂ ਛੱਡ ਸਕਦੇ, ਉਹਨਾਂ ਦੀ ਸੋਚ ਹੈ। ਤਾਂ ਇਹ ਚੀਜ਼ਾਂ ਇੰਪ੍ਰੈਸ ਕਰਦੀਆਂ ਨੇ ਲੋਕਾਂ ਨੂੰ ਕਿ ਉਹ ਬਿਲਕੁਲ ਕਲੀਅਰ ਨੇ, ਬਿਲਕੁਲ ਸਾਫ਼ ਸੁਥਰੀ ਭਾਸ਼ਾ, ਸਾਫ਼ ਸੁਥਰੀ ਗੱਲ, ਔਰ ਕਿਤੇ ਵੀ ਇਸ ਗੱਲ ਨੂੰ ਪਿੱਛੇ ਨਹੀਂ ਛੱਡਦੇ ਕਿ ਅਸੀਂ ਇੱਕ ਸਿਵਲਾਈਜ਼ਡ ਸੋਸਾਇਟੀ ਹਾਂ ਔਰ ਪੂਰੀ ਦੁਨੀਆ ਨੂੰ ਸਾਡੇ ਵੱਲੋਂ ਮੈਸੇਜ ਜਾਂਦਾ। ਇਸ ਕਰਕੇ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ, ਕੋਈ ਗਲਤ ਗੱਲ ਨਹੀਂ, ਫੈਕਟਸ ਦੇ ਉੱਤੇ ਗੱਲ ਕਰੋ, ਲੌਜਿਕ ਦੇ ਉੱਤੇ ਗੱਲ ਕਰੋ, ਔਰ ਇਸ ਚੀਜ਼ ਨੂੰ ਵੋਟਰਸ ਪਸੰਦ ਕਰਦੇ ਨੇ। ਸੋ ਇਹ ਸਭ ਇਸ ਵਕਤ ਗੱਲਾਂ ਚੱਲ ਰਹੀਆਂ ਨੇ ਇਕੋਨਮੀ ਦੇ ਨਾਲ, ਔਰ ਨਾਲ ਆਪਾਂ ਗੱਲ ਕਰਦੇ ਹਾਂ ਕਿ ਕੈਂਪੇਨਸ ਦੇ ਵਿੱਚ ਕਿੰਨਾ ਪੈਸਾ ਆ ਰਿਹਾ ਹੈ। ਔਰ ਅਸੀਂ ਆਪਣੇ ਪਲੇਟਫਾਰਮ 'ਤੇ ਗੱਲ ਕਰਦੇ ਹੀ ਹਾਂ ਕਿ ਹੈਰਿਸ ਅੱਗੇ ਨੇ ਟਰੰਪ ਤੋਂ, ਔਰ ਇੰਨਾ ਪੈਸਾ ਆਉਣ ਦੇ ਬਾਵਜੂਦ ਇਸ ਗੱਲ ਦੀ ਗਰੰਟੀ ਹੋ ਜਾਂਦੀ ਹੈ ਕਿ ਉਹ ਇਲੈਕਸ਼ਨਸ ਜਿੱਤ ਜਾਣਗੇ ਔਰ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਣਗੇ? ਨੋ, ਇਹ ਕੋਈ ਗਰੰਟੀ ਨਹੀਂ ਹੈ ਇਸ ਗੱਲ ਦੀ ਕਿ ਤੁਹਾਨੂੰ ਪੈਸਾ ਜ਼ਿਆਦਾ ਆ ਰਿਹਾ ਤਾਂ ਇਹਦਾ ਮਤਲਬ ਡੋਨਰਸ ਤੁਹਾਨੂੰ ਜ਼ਿਆਦਾ ਪਸੰਦ ਕਰ ਰਹੇ ਨੇ, ਲੋਕ ਤੁਹਾਨੂੰ ਜ਼ਿਆਦਾ ਪਸੰਦ ਕਰ ਰਹੇ ਨੇ, ਇਸ ਕਰਕੇ ਤੁਹਾਨੂੰ ਵੋਟਾਂ ਵੀ ਜ਼ਿਆਦਾ ਪੈਣਗੀਆਂ ਕਿਉਂਕਿ ਤੁਹਾਨੂੰ ਪੈਸਾ ਜ਼ਿਆਦਾ ਆ ਰਿਹਾ। ਇਹ ਕੋਈ ਗਰੰਟੀ ਨਹੀਂ ਹੈ। ਇਹ ਤਾਂ ਇਹ ਹੈ ਕਿ ਤੁਸੀਂ ਇਸ਼ੂਜ਼ ਦੇ ਉੱਤੇ ਕਿੱਦਾਂ ਕੰਮ ਕਰਦੇ ਹੋ। ਪੈਸੇ ਤੁਹਾਨੂੰ ਆ ਰਹੇ ਨੇ, ਇਹਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਨੇ, ਬਟ ਚੁਣਿਆ ਉਹੀ ਜਾਏਗਾ ਜਿਹਦੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਜੋ ਅਮਰੀਕਾ ਦੇ ਲੋਕ ਇਸ ਵਕਤ ਫੇਸ ਕਰ ਰਹੇ ਨੇ, ਜੋ ਅਮਰੀਕਾ ਇਸ ਵਕਤ ਫੇਸ ਕਰ ਰਿਹਾ ਹੈ। ਦੈਟ ਇਜ਼ ਦ ਮੇਨ ਥਿੰਗ। ਸੋ ਪੈਸਾ ਜ਼ਿਆਦਾ ਆਉਣਾ, ਤੁਹਾਡੀ ਸੇਫ ਵੱਡੀ ਹੋ ਗਈ ਹੈ, ਤੁਹਾਡੀ ਤਿਜੋਰੀ ਵੱਡੀ ਹੋ ਗਈ ਹੈ, ਇਹਦਾ ਮਤਲਬ ਇਹ ਥੋੜ੍ਹਾ ਹੈ ਕਿ ਤੁਸੀਂ ਵੱਡੇ ਆਦਮੀ ਹੋ ਗਏ ਹੋ। ਵੱਡੇ ਆਦਮੀ ਹੋਣ ਵਾਸਤੇ ਵੱਡੇ ਗੁਣ ਦਿਖਾਣੇ ਪੈਣਗੇ। ਪੈਸੇ ਨਾਲ ਵੱਡਾ ਨਹੀਂ ਹੋ ਸਕਦਾ। ਉਹ ਪੈਸੇ ਦਾ ਇਸਤੇਮਾਲ ਕਿਵੇਂ ਕਰਨਾ ਹੈ? ਆਪਣੇ ਗੁਣਾਂ ਦੇ ਮੁਤਾਬਿਕ, ਆਪਣੀ ਕੁਆਲਿਟੀਜ਼ ਦੇ ਮੁਤਾਬਿਕ। ਤੁਸੀਂ ਇਨਸਾਨ ਹੋਣ ਦੇ ਲਾਇਕ ਹੋ ਕਿ ਨਹੀਂ ਹੋ, ਦੈਟ ਇਜ਼ ਦ ਮੇਨ ਥਿੰਗ। ਸੋ ਪੈਸਾ ਇੱਕ ਡਿਫਰੈਂਟ ਸਟੋਰੀ ਹੈ, ਜ਼ਰੂਰੀ ਆ, ਬਟ ਇਨਸਾਨ ਹੋਣ ਦੇ ਗੁਣ, ਕੁਆਲਿਟੀਜ਼ ਆਫ ਅ ਹਿਊਮਨ ਬੀਇੰਗ, ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਇਹੀ ਮੇਨ ਨੇ। ਔਰ ਅਮਰੀਕਨਸ ਇਹੀ ਦੇਖ ਰਹੇ ਨੇ ਕਿ ਇੱਕ ਵਧੀਆ ਇਨਸਾਨ ਕੌਣ ਹੈ, ਕਮਲਾ ਹੈਰਿਸ ਜਾਂ ਡੋਨਲਡ ਟਰੰਪ? ਕਿਉਂਕਿ ਵਧੀਆ ਇਨਸਾਨ ਵਧੀਆ ਸੋਚ ਲੈ ਕੇ ਸਮੱਸਿਆਵਾਂ ਨੂੰ ਵਧੀਆ ਤਰੀਕੇ ਨਾਲ ਹੱਲ ਕਰੇਗਾ ਔਰ ਇੱਕ ਵਧੀਆ ਫਿਊਚਰ ਦੀ ਅਸੀਂ ਉਮੀਦ ਕਰ ਸਕਾਂਗੇ। ਸੋ ਦਿਸ ਇਜ਼ ਦ ਮੇਨ ਪੁਆਇੰਟ। ਸੋ ਇਹਦਾ ਆਊਟਕਮ ਕੀ ਹੋਏਗਾ ਪੈਸੇ ਦਾ, ਉਹ ਸਾਨੂੰ ਪਹਿਲਾਂ ਹੀ ਸ਼ੋਰ ਹੋਣਾ ਚਾਹੀਦਾ ਕਿ ਪੈਸਾ ਕਾਮਯਾਬੀ ਦੀ ਨਿਸ਼ਾਨੀ ਨਹੀਂ ਹੈ, ਕਾਮਯਾਬੀ ਦੀ ਗਰੰਟੀ ਨਹੀਂ ਹੈ। ਕਾਮਯਾਬੀ ਤਾਂ ਇਲੈਕਸ਼ਨਸ ਦੇ ਵਿੱਚ ਤਾਂ ਹੀ ਮਿਲਣੀ ਹੈ ਜੇ ਤੁਸੀਂ ਕੰਮ ਕਰਕੇ ਦਿਖਾਉਂਦੇ ਹੋ, ਤੁਹਾਡੀ ਕਾਰਗੁਜ਼ਾਰੀ ਹੀ ਉਹਦਾ ਆਧਾਰ ਬਣੇਗੀ। ਇਹੀ ਲੋਕ ਦੇਖ ਰਹੇ ਨੇ ਨਾਓ। ਔਰ ਨਿੰਦਣ ਵਾਲੇ ਇਹ ਵੀ ਗੱਲ ਕਹਿੰਦੇ ਨੇ ਕਿ तमाम ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਜੀ। ਡੋਨਲਡ ਟਰੰਪ ਆਪਣੀਆਂ ਗੱਲਾਂ ਕਰ ਰਹੇ ਨੇ ਔਰ ਕਮਲਾ ਹੈਰਿਸ ਆਪਣੀਆਂ ਗੱਲਾਂ ਕਰ ਰਹੇ ਨੇ। ਔਰ ਕਮਲਾ ਹੈਰਿਸ ਦੇ ਬਾਰੇ ਤੁਸੀਂ ਇਹ ਦੱਸੋ ਕਿ ਤੁਸੀਂ ਉਹਨਾਂ ਨੂੰ ਬਹੁਤ ਪ੍ਰੇਜ਼ ਕਰਦੇ ਹੋ, ਐਪਰੀਸ਼ੀਏਟ ਕਰਦੇ ਹੋ। ਉਹਨਾਂ ਦੀ ਕੋਈ ਇੱਕ ਪਾਲਿਸੀ ਦੱਸ ਦਿਓ ਜਿਹੜੀ ਅਮਰੀਕਾ ਦੀ ਬਿਹਤਰੀ ਵਾਸਤੇ ਹੋਵੇ। ਕ੍ਰਿਟੀਸਾਈਜ਼ ਕਰਨ ਵਾਲੇ ਇੱਥੇ ਤੱਕ ਜਾਂਦੇ ਨੇ ਕਿ ਕਮਲਾ ਹੈਰਿਸ ਦੇ ਪੱਲੇ ਇੱਕ ਵੀ ਪਾਲਿਸੀ ਨਹੀਂ ਹੈਗੀ ਜਿਹੜੀ ਅਮਰੀਕਾ ਨੂੰ ਬੈਟਰ ਬਣਾ ਸਕੇ। ਹੁਣ ਦੱਸੋ, ਇਹ ਤਾਂ ਕ੍ਰਿਟਿਸਿਜ਼ਮ ਹੈ। ਕਿਸੇ ਨੂੰ ਗੱਲ ਨੂੰ ਫੜ ਕੇ ਤੁਸੀਂ ਨਿੰਦਾ ਕਰਨੀ, ਉਹ ਕਰਨੀ ਹੈ।
ਹੁਣ ਇਹ ਤਾਂ ਥੋੜ੍ਹਾ ਗੱਲ ਬਣਦੀ ਕਿ ਉਹਨਾਂ ਕੋਲ ਕੋਈ ਪਾਲਿਸੀ ਨਹੀਂ ਹੈਗੀ। ਪੂਰੀ ਟੀਮ ਹੈ, ਪੂਰੀ ਲੀਗਲ ਟੀਮ ਹੈ, ਥਿੰਕ ਟੈਂਕਸ ਬੈਠੇ ਹੋਏ ਨੇ, ਪੋਲੀਟੀਕਲ ਟੀਮ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕਮਲਾ ਹੈਰਿਸ ਨੂੰ ਕਿੱਦਾਂ ਪ੍ਰੋਜੈਕਟ ਕਰਨਾ ਔਰ ਕਿਹੜੀਆਂ ਪਾਲਿਸੀਜ਼ ਨੂੰ ਕਿੱਦਾਂ ਐਕਸਪਲੇਨ ਕਰਨਾ ਲੋਕਾਂ ਨੂੰ। ਇਹ ਕਿੱਦਾਂ ਹੋ ਸਕਦਾ ਕਿ ਉਹਨਾਂ ਕੋਲ ਕੋਈ ਪਾਲਿਸੀ ਨਹੀਂ ਹੈਗੀ ਜਿਹੜੀ ਅਮਰੀਕਾ ਦੇ ਬੈਟਰ ਫਿਊਚਰ ਵਾਸਤੇ ਕੰਮ ਕਰੇ। ਆਫ ਕੋਰਸ ਉਹਨਾਂ ਕੋਲ ਪਾਲਿਸੀ ਹੈਗੀ ਆ, ਜਿਹੜੀ ਇਹ ਉਹਨਾਂ ਨੇ ਡਿਕਲੇਅਰ ਕੀਤੀ ਹੈ ਕਿ ਸਟਾਰਟਅਪਸ ਸ਼ੁਰੂ ਕੀਤੇ ਜਾਣ, ਖਾਸ ਕਰਕੇ ਬਲੈਕ ਮੈਨ ਵੋਟਰਸ ਦੇ ਵਾਸਤੇ। ਉਹਨਾਂ ਨੇ ਕਿਹਾ ਹੈ ਕਿ ਇੰਨਾ ਪੈਸਾ ਦਿੱਤਾ ਜਾਏਗਾ, ਹਰੇਕ ਬੰਦੇ ਨੂੰ $20,000 ਮਿਲਣਗੇ ਔਰ $1 ਮਿਲੀਅਨ ਉਹਨਾਂ ਨੇ ਇਸ ਪ੍ਰੋਜੈਕਟ ਵਾਸਤੇ ਰੱਖੇ ਨੇ। ਔਰ ਜੇ ਪੈਸਾ ਵਾਪਸ ਨਾ ਵੀ ਕਰ ਸਕੋ ਤਾਂ ਵੀ ਕੋਈ ਗੱਲ ਨਹੀਂ, ਤੁਸੀਂ ਅਮਰੀਕਾ ਵਾਸਤੇ ਕੰਮ ਕਰੋ, ਅਮਰੀਕਾ ਦੀ ਬਿਹਤਰੀ ਵਾਸਤੇ ਕੰਮ ਕਰੋ, ਐਂਟਰਪ੍ਰੈਨਿਓਰ ਬਣੋ ਔਰ ਅੱਗੇ ਜੌਬਸ ਕ੍ਰੀਏਟ ਕਰੋ, ਜੌਬ ਮਾਰਕੀਟ ਕ੍ਰੀਏਟ ਕਰੋ। ਇਹ ਪਾਲਿਸੀ ਨਹੀਂ ਹੈ, ਇਹ ਕੀ ਹੈ? ਜਦੋਂ ਕਮਲਾ ਹੈਰਿਸ ਕਹਿੰਦੇ ਨੇ ਕਿ ਜਦੋਂ ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਾਂਗੀ ਤਾਂ ਮੈਂ ਇਹ ਦੇਖਾਂਗੀ ਕਿ ਕਿਹੜੇ ਰਿਚ ਕਲਾਸ ਹੈਗੀ, ਜਿਹੜੇ ਰਿਚ ਪਰਸਨ ਨੇ ਉਹਨਾਂ ਉੱਤੇ ਟੈਕਸਿਸ ਥੋੜ੍ਹੇ ਜ਼ਿਆਦਾ ਹੋਣੇ ਚਾਹੀਦੇ ਨੇ। ਟੈਕਸਿਸ ਦਾ ਮਤਲਬ ਉਹ ਕੰਟਰੀਬਿਊਟ ਜ਼ਿਆਦਾ ਕਰਨ, ਉਹ ਜ਼ਿਆਦਾ ਪੈਸਾ ਦੇਣ ਸਟੇਟ ਐਕਸਚੇਕਰ ਨੂੰ, ਜ਼ਿਆਦਾ ਪੈਸਾ ਦੇਣ ਇਕੋਨਮੀ ਨੂੰ, ਔਰ ਜਿਹੜੇ ਨਹੀਂ ਦੇ ਸਕਦੇ ਉਹਨਾਂ ਨੂੰ ਉਸ ਦੇ ਮੁਤਾਬਿਕ ਘਟਾ ਦਿੱਤਾ ਜਾਏਗਾ। ਲੋ ਇਨਕਮ ਗਰੁੱਪ ਨੂੰ ਥੋੜ੍ਹੀ ਰਿਲੈਕਸੇਸ਼ਨ ਮਿਲੇਗੀ। ਇਹ ਪਾਲਿਸੀ ਨਹੀਂ ਹੈ। ਸੀਨੀਅਰ ਸਿਟੀਜ਼ਨਸ ਵਾਸਤੇ ਮੈਡੀਕੇਅਰ ਔਰ ਇਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਸਿਹਤ ਨੂੰ ਲੈ ਕੇ, ਇਹ ਪਾਲਿਸੀ ਨਹੀਂ ਹੈ। ਸੋ ਹਮੇਸ਼ਾ ਪਾਲਿਸੀ ਹੈ, ਇਮੀਗ੍ਰੇਸ਼ਨ ਨੂੰ ਲੈ ਕੇ ਪਾਲਿਸੀ ਨਹੀਂ ਹੈ। ਸੋ ਇਹ ਨਿੰਦਣ ਵਾਸਤੇ ਤੁਸੀਂ ਕੋਈ ਵੀ ਗੱਲ ਕਰਦੇ ਹੋ, ਦੈਟ ਇਜ਼ ਨਾਟ ਫੇਅਰ। ਹਮੇਸ਼ਾ ਲੌਜਿਕ 'ਤੇ ਗੱਲ ਕਰੋ, ਤਾਂ ਹੀ ਗੱਲ ਦਾ ਮਜ਼ਾ ਆਉਂਦਾ। ਨਹੀਂ ਤਾਂ ਬੰਦਾ ਇੱਕ ਵਾਰੀ ਗੱਲ ਕਰੇਗਾ, 2 ਵਾਰੀ ਗੱਲ ਕਰੇਗਾ, ਤੀਸਰੀ ਵਾਰ ਲੋਕ ਉਹਦੀ ਗੱਲ ਸੁਣਨਾ ਹੀ ਬੰਦ ਕਰ ਦੇਣਗੇ। ਯਾਰ ਛੱਡੋ, ਐਵੇਂ ਯਬਲੀਆਂ ਮਾਰਦਾ ਰਹਿੰਦਾ, ਹਵਾ 'ਚ ਹੀ ਗੱਲਾਂ ਕਰਦਾ ਰਹਿੰਦਾ। ਇਹਦੀਆਂ ਗੱਲਾਂ ਦਾ ਮਤਲਬ ਸਿਰਫ ਇਹਨੂੰ ਹੀ ਪਤਾ, ਹੋਰ ਕਿਸੇ ਨੂੰ ਨਹੀਂ ਪਤਾ। ਜਿਵੇਂ ਐਗਜ਼ਾਮਪਲ ਡੋਨਲਡ ਟਰੰਪ ਦੀ ਪੋਲੀਟੀਕਲ ਪਲੇ ਬੁੱਕ, ਹੁਣ ਉਹਦੇ ਵਿੱਚੋਂ ਕਿਹੜੀ ਡੈਫੀਨੇਸ਼ਨ ਨਿਕਲਦੀ ਹੈ, ਉਹਦੇ ਵਿੱਚੋਂ ਕਿਹੜੀ ਸਟੇਟਮੈਂਟ ਨਿਕਲਦੀ ਹੈ, ਉਹਦੇ ਵਿੱਚੋਂ ਕਿਹੜਾ ਸਿਲੇਬਸ ਨਿਕਲਦਾ ਹੈ, ਇਹ ਡੋਨਲਡ ਟਰੰਪ ਨੂੰ ਹੀ ਪਤਾ, ਹੋਰ ਕਿਸੇ ਨੂੰ ਨਹੀਂ ਪਤਾ। ਔਰ ਅਚਾਨਕ ਆਊਟ ਆਫ ਦ ਬਾਕਸ, ਜਿਵੇਂ ਹਵਾਈ ਨਹੀਂ ਉੱਡਦੀ ਹੁੰਦੀ ਆਤਿਸ਼ਬਾਜ਼ੀ, ਸ਼ੂਮ ਕਰਕੇ ਅਸਮਾਨ ਵੱਲ, ਉੱਦਾਂ ਹੀ ਕੋਈ ਨਾ ਕੋਈ ਗੱਲ ਅਸਮਾਨ ਵੱਲ ਸ਼ੂਮ ਕਰਕੇ ਉੱਡਦੀ ਹੈ। ਲੋਕੀ ਹੈਰਾਨ ਹੁੰਦੇ ਨੇ, ਅੱਛਾ ਆਹ ਵੀ ਗੱਲ ਹੈਗੀ ਹੈ, ਲੱਭੋ 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 ਲੱਭੋ, ਇਹਦਾ ਬੇਸ ਕੀ ਆ, ਇਹਦੀ ਸੱਚਾਈ ਕੀ ਹੈ। ਔਰ ਜਦੋਂ ਪੂਰਾ ਐਨਾਲਿਸਿਸ ਹੁੰਦਾ, ਉਹ ਯਾਰ ਇਹਦਾ ਤਾਂ ਕੋਈ ਰਿਕਾਰਡ ਹੀ ਨਹੀਂ ਹੈ, ਇਹ ਕਿੱਥੋਂ ਆ ਗਈ ਗੱਲ? ਮੈਂ ਗਾਜ਼ਾ ਗਿਆ, ਇਹਦਾ ਕੋਈ ਰਿਕਾਰਡ ਨਹੀਂ ਹੈ। ਮੈਨੂੰ ਮੈਨ ਆਫ ਦਾ ਈਅਰ ਜਾਰਜੀਆ ਦੇ ਵਿੱਚ ਡਿਕਲੇਅਰ ਕੀਤਾ, ਇਹਦਾ ਕੋਈ ਰਿਕਾਰਡ ਨਹੀਂ ਹੈ। ਫਲਾਣੀ ਥਾਂ 'ਤੇ ਹੈ, ਫਲਾਣੀ ਥਾਂ 'ਤੇ ਕਈ ਗੱਲਾਂ ਇੱਦਾਂ ਦੀਆਂ ਜਿਹਦਾ ਕੋਈ ਰਿਕਾਰਡ ਨਹੀਂ ਹੈ। ਬਟ ਡੋਨਲਡ ਟਰੰਪ ਕਹਿ ਰਹੇ ਨੇ, ਕਹਿ ਸਕਦੇ ਨੇ, ਉਹਨਾਂ ਦੀ ਪੋਲੀਟੀਕਲ ਪਲੇ ਬੁੱਕ 'ਚੋਂ ਕੋਈ ਹੋਰ ਗੱਲ ਵੀ ਨਿਕਲ ਸਕਦੀ ਹੈ, ਨਵੀਂ ਨਿਕਲੀ, ਕਿਉਂਕਿ ਨਵੰਬਰ 5 'ਚ ਹਜੇ 3 ਹਫ਼ਤੇ ਹੈਗੇ ਨੇ। ਸੋ ਨਵੀਆਂ ਗੱਲਾਂ ਸੁਣਨ ਨੂੰ ਮਿਲ ਸਕਦੀਆਂ। ਗੱਲ ਇੱਥੇ ਨਾ ਕਮਲਾ ਹੈਰਿਸ ਨੂੰ ਪ੍ਰੇਜ਼ ਕਰਨ ਦੀ ਹੈ, ਨਾ ਡੋਨਲਡ ਟਰੰਪ ਨੂੰ ਨਿੰਦਾ ਕਰਨ ਦੀ ਹੈ। ਗੱਲ ਇੱਥੇ ਲੌਜਿਕ ਦੀ ਹੈ, ਗੱਲ ਇੱਥੇ ਫੈਕਟਸ ਦੀ ਆ। ਮਤਲਬ ਝੂਠ ਕਿੰਨਾ ਕੁ ਬੋਲੋਗੇ? ਆਟੇ ਵਿੱਚ ਲੂਣ ਹਜ਼ਮ ਹੋ ਜਾਂਦਾ ਹੈ, ਜੇ ਲੂਣ ਦੇ ਵਿੱਚ ਆਟਾ ਥੋੜ੍ਹਾ ਹਜ਼ਮ ਹੋਏਗਾ ਯਾਰ, ਉਹ ਤਾਂ ਕੌੜਾ ਹੀ ਇੰਨਾ, ਲੂਣ ਥੋੜ੍ਹਾ ਖਾਣਾ ਹੈ, ਖਾਣਾ ਤਾਂ ਆਟਾ ਹੈ ਨਾ। ਆਟੇ ਦੀ ਤੁਸੀਂ ਰੋਟੀ ਬਣਾਓ, ਪਰੌਂਠਾ, ਪਰੌਂਠੀ, ਜੋ ਵੀ ਤੁਸੀਂ ਕਹਿੰਦੇ ਹੋ ਉਹਨੂੰ, ਉਹਦੇ 'ਚ ਲੂਣ ਪਾਓ, ਮਿਰਚ ਪਾਓ, ਜੋ ਵੀ ਤੁਹਾਡਾ ਰੈਸਿਪੀ ਆ, ਤੁਸੀਂ ਖਾ ਸਕਦੇ ਹੋ। ਆਟੇ ਦੇ ਵਿੱਚ ਲੂਣ ਹਜ਼ਮ ਹੋਏਗਾ। ਅਤੇ ਜੇ ਤੁਸੀਂ ਲੂਣ ਦੇ ਵਿੱਚ ਆਟਾ ਪਾਓਗੇ, ਉਹ ਖਾਧਾ ਨਹੀਂ ਜਾਣਾ, ਖਾਊਗਾ ਕੌਣ? ਲੂਣ ਥੋੜ੍ਹਾ ਖਾਣਾ। ਸੋ ਇੱਦਾਂ ਹੀ ਆ, ਸੱਚ 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 ਹੋਵੇ, ਛੋਟਾ ਜਿਹਾ ਝੂਠ ਹੋ ਗਿਆ ਚੱਲ ਜਾਊਗਾ। ਝੂਠ ਹੀ ਝੂਠ, ਝੂਠ ਹੀ ਝੂਠ, ਛੋਟਾ ਜਿਹਾ ਸੱਚ ਕਿੱਥੋਂ ਉਹਦੇ 'ਚ ਚੱਲੂਗਾ? ਨਹੀਂ ਚੱਲੂਗਾ। ਉਹ ਸੱਚ ਵੀ ਝੂਠ ਹੀ ਲੱਗੂਗਾ, ਕਿਉਂਕਿ ਸਾਰਾ ਹੀ ਤੁਸੀਂ ਝੂਠ ਦਾ ਖਲੇਰਾ ਪਾਇਆ ਹੋਇਆ। ਦੈਟ ਇਜ਼ ਦ ਥਿੰਗ। ਸੱਚ ਦਾ ਖਲੇਰਾ ਪਾਓ, ਮਾਸਾ ਜਾਂ ਝੂਠ ਵਿੱਚ ਪਾ ਦਿਓ, ਔਰ ਲੂਣ ਵਾਕਣ ਆਟੇ ਦੇ ਵਿੱਚ ਚੱਲ ਜੂਗਾ। ਲੋਕੀ ਖਾਣਗੇ ਬੜੀ ਸ਼ੌਕ ਨਾਲ, ਖੁਸ਼ੀ ਖੁਸ਼ੀ, ਆਹ ਜੀ ਆਹ ਸਵਾਦ ਆ ਗਿਆ। ਸੋ ਗੱਲ ਤਾਂ ਇਹ ਆ ਕਿ ਫੈਕਟਸ ਕਿੱਥੇ ਨੇ, ਲੌਜਿਕ ਕਿੱਥੇ ਨੇ, ਰੈਕਡ ਕਿੱਥੇ ਆ? ਇਹਨਾਂ ਗੱਲਾਂ ਨੂੰ ਸਾਰੀ ਲੈ ਕੇ ਨਿੰਦਾ ਹੁੰਦੀ ਆ। ਔਰ ਇਸ ਵਕਤ ਜਿਹੜੀਆਂ ਗ੍ਰੇਟ ਪਲੈਨਸ ਨੇ ਸਾਰੇ ਕੈਂਡੀਡੇਟਸ ਦੀਆਂ, ਉਹ ਗ੍ਰੇਟ ਪਲੈਨਸ ਸਾਰੇ ਗ੍ਰੇਟ ਵੋਟਰਸ ਨੂੰ ਦੱਸਦੇ ਪਏ ਨੇ, ਤਾਂ ਕਿ ਉਹ ਗ੍ਰੇਟ ਰਿਜ਼ਲਟ ਆ ਸਕਣ, ਜਿਹੜਾ ਰਿਜ਼ਲਟ ਉਹਨਾਂ ਨੂੰ ਇੱਕ ਗ੍ਰੇਟ ਵਾਈਟ ਹਾਊਸ ਤੱਕ ਪਹੁੰਚਾ ਸਕੇ ਅਤੇ ਇਹਨਾਂ ਦਾ ਗ੍ਰੇਟ ਪੋਲੀਟੀਕਲ ਕੈਰੀਅਰ ਸ਼ੁਰੂ ਹੋ ਸਕੇ ਅਤੇ ਅਮਰੀਕਾ ਦੀ ਗ੍ਰੇਟ ਹਿਸਟਰੀ ਦੇ ਵਿੱਚ ਇੱਕ ਗ੍ਰੇਟ ਚੈਪਟਰ ਨਵਾਂ ਲਿਖ ਸਕਣ ਕਾਮਯਾਬੀ ਦਾ। ਸੋ ਇਹ ਗ੍ਰੇਟਨੈਸ ਦਾ ਜਿਹੜਾ ਸਾਰਾ ਖਲੇਰਾ ਪਾਇਆ ਹੋਇਆ ਇਸ ਵਕਤ, ਇਸ ਦੇ ਉੱਤੇ ਕੰਮ ਕਰਦੀ ਪਈ ਹੈ ਰਿਪਬਲਿਕਨਸ ਦੀ ਟੀਮ, ਡੈਮੋਕ੍ਰੇਟਸ ਦੀ ਟੀਮ। ਰਿਜ਼ਲਟਸ ਤੇ ਭਾਈ ਆਉਣਾ ਹੈ ਹੁਣ ਨਵੰਬਰ 5 ਨੂੰ, ਅਤੇ ਜਨਵਰੀ ਦੇ ਵਿੱਚ ਜਾ ਕੇ ਜਦੋਂ
ਨਵਾਂ ਸਾਲ ਸ਼ੁਰੂ ਹੋਣਾ ਹੈ ਤਾਂ ਫਿਰ ਇਹ ਫੁੱਲ ਖਿੜਨੇ ਸ਼ੁਰੂ ਹੋਣੇ ਨੇ ਵੀ ਆਹ ਜਿਹੜਾ ਸਾਰਾ ਕੀਤੀ ਮੁਸ਼ੱਕਤ ਇਹਦਾ ਰਿਜ਼ਲਟ ਆਇਆ ਤੇ ਹੁਣ ਇਸ ਰਿਜ਼ਲਟ ਦੇ ਉੱਤੇ ਜਦੋਂ ਕੰਮ ਹੁੰਦਾ ਪਿਆ ਤਾਂ ਨੈਕਸਟ ਈਅਰ ਤੋਂ ਪੂਰੇ ਜੀਓ ਪੋਲਿਟਿਕਸ ਦੇ ਵਿੱਚ ਦੁਨੀਆ ਦੀ ਰਾਜਨੀਤੀ ਦੁਨੀਆ ਦੀ ਇਕੋਨਮੀ ਦੇ ਵਿੱਚ ਇਹਦਾ ਕੀ ਚੇਂਜ ਹੁੰਦਾ ਪਿਆ ਪਾਵਰ ਸ਼ਿਫਟ ਕੀ ਹੁੰਦੀ ਪਈ ਇਹਦਾ ਜਨਵਰੀ 2025 'ਚ ਜਾ ਕੇ ਗੱਲਾਂ ਕਲੀਅਰ ਹੋਣੀਆਂ ਨੇ। ਹਜੇ ਤੇ ਇਹ ਗੇਮ ਹੈ ਨਾ, ਹਜੇ ਤਾਂ ਮਗੇਗੀ ਨਵੰਬਰ 5 ਨੂੰ ਇਲੈਕਸ਼ਨਸ ਫਿਰ ਰਿਜ਼ਲਟਸ ਫਿਰ ਉਹ ਸਾਰੀ ਗੇਮ ਬਣੇਗੀ। ਕੁਝ ਹਨੀਮੂਨ ਪੀਰੀਅਡ ਵੀ ਹੁੰਦਾ ਨਾ ਗਵਰਨਮੈਂਟ ਦਾ ਜਿਹੜੀ ਨਵੀਂ ਆਉਂਦੀ ਹੈ ਉਹ ਹਨੀਮੂਨ ਪੀਰੀਅਡ ਤੋਂ ਬਾਅਦ ਫਿਰ ਅੱਗੇ ਕੰਮ ਸ਼ੁਰੂ ਹੁੰਦਾ। ਆਪਾਂ ਜਨਵਰੀ ਤੋਂ ਲੈ ਕੇ ਚੱਲੀਏ 1 ਜਨਵਰੀ 2025 ਤੋਂ ਜਾਂ ਔਰ ਇਹਦੇ ਨਾਲ ਇੱਕ ਉਹ ਵੀ ਗੱਲ ਜੋੜ ਲੈਂਦੇ ਹਾਂ 2025 ਦਾ ਜਿਹੜਾ ਪ੍ਰੋਜੈਕਟ ਹੈ ਉਹ ਕੀ ਹੈ, ਉਹ ਅਮਰੀਕਾ ਵਾਸਤੇ ਕੀ ਡਿਸਾਈਡ ਕਰਦਾ ਹੈ। ਇੱਥੋਂ ਤੱਕ ਵੀ ਗੱਲ ਹੁੰਦੀ ਹੈ ਕਿ ਇਹ ਪ੍ਰੋਜੈਕਟ ਤੇ ਚੱਲਣਾ ਹੀ ਚੱਲਣਾ, ਇਹਨੂੰ ਤੇ ਇੰਪਲੀਮੈਂਟ ਕਰਨਾ ਹੀ ਕਰਨਾ। ਹੋ ਸਕਦਾ ਇਹਦਾ ਕੁਝ ਇੰਪਲੀਮੈਂਟੇਸ਼ਨ ਸ਼ੁਰੂ ਵੀ ਹੋ ਗਿਆ ਹੋਵੇ, ਚਲਾ ਵੀ ਦਿੱਤਾ ਗਿਆ ਹੋਵੇ। ਔਰ ਨਾਲ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਭਾਵੇਂ ਕਮਲਾ ਹੈਰਿਸ ਬਣਨ ਪ੍ਰੈਜ਼ੀਡੈਂਟ ਆਫ ਅਮਰੀਕਾ, ਭਾਵੇਂ ਜੋ ਬਾਈਡਨ ਬਣਨ ਪ੍ਰੈਜ਼ੀਡੈਂਟ ਆਫ ਅਮਰੀਕਾ, ਪਰ ਜਿਹੜਾ ਇਹ ਪ੍ਰੋਜੈਕਟ 2025 ਹੈ ਨਾ ਇਹਨੇ ਤਾਂ ਚੱਲਣਾ ਹੀ ਚੱਲਣਾ। ਹੁਣ ਇਹ ਕੀ ਚੀਜ਼ ਹੈ ਬਈ, ਇਹ ਕੀ ਸ਼ਗੂਫਾ ਹੈ? ਕੁਝ ਕਹਿੰਦੇ ਨੇ ਅਮਰੀਕਾ ਨੂੰ ਮਿਲਟਰੀ ਸਟੇਟ ਬਣਾ ਦੇਣਾ ਹੈ, ਕੁਝ ਕਹਿੰਦੇ ਨੇ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਲੈ ਕੇ ਆ ਜਾਣਾ ਹੈ। ਨੋਬਡੀ ਨੋਜ਼, ਜਿੰਨੇ ਮੂੰਹ ਓਨੀਆਂ ਗੱਲਾਂ। ਇਸ ਕਰਕੇ ਸੈਲਫ ਸਟੱਡੀ ਜ਼ਰੂਰੀ ਹੈ, ਇਹਦੀ ਡਿਟੇਲ 'ਚ ਜਾਣਾ ਜ਼ਰੂਰੀ ਹੈ, ਇਹਦੀ ਘੋਖ ਕਰਨੀ ਜ਼ਰੂਰੀ ਹੈ, ਰਿਸਰਚ ਕਰਨੀ ਜ਼ਰੂਰੀ ਹੈ, ਖੋਜ ਕਰਨੀ ਜ਼ਰੂਰੀ ਹੈ, ਤਾਂ ਜਾ ਕੇ ਪਤਾ ਲੱਗੂ ਇਹ ਸੱਚਾਈ ਕਿੱਧਰ ਜਾਂਦੀ ਪਈ ਹੈ। ਨਾਓ ਆਪਾਂ ਅੱਗੇ ਵਧੀਏ। ਹੁਣ ਇਹ ਸਾਰੀਆਂ ਇਲੈਕਸ਼ਨਸ ਦੀ ਗੱਲ ਆਪਾਂ ਕਰ ਲਈ, ਅਮਰੀਕਾ ਦੀ ਧਰਤੀ ਦੇ ਜੋ ਚੱਲਦੀ ਪਈ ਹੈ, ਜੋ ਕਵਾਇਦ ਚੱਲਦੀ ਪਈ ਆ, ਇਹਦੇ ਵਿੱਚ ਹਰ ਕੈਂਡੀਡੇਟ ਆਪਣਾ ਪੂਰਾ ਜ਼ੋਰ ਲਾਉਣ ਲੱਗਾ ਹੋਇਆ ਕਿ ਆਹ 3 ਹਫ਼ਤੇ ਰਹਿ ਗਏ ਨੇ, ਲਾ ਲਓ ਪੂਰਾ ਜ਼ੋਰ ਔਰ ਫਿਰ ਬਹਿ ਕੇ ਆਪਾਂ ਆਰਾਮ ਨਾਲ ਜਿੱਤ ਗਏ ਤਾਂ ਆਪਣੀ ਪਾਵਰ ਦੇ ਮੁਤਾਬਿਕ ਅਮਰੀਕਾ ਵਾਸਤੇ ਕੰਮ ਕਰਨਾ। ਮਤਲਬ ਇਹ ਸੋਚ ਹੈਗੀ ਆ ਔਰ ਇਹ ਸੋਚ ਹੋਣੀ ਵੀ ਚਾਹੀਦੀ ਹੈ। ਨਾਓ ਵਾਰਸ ਦੀ ਗੱਲ ਸਿਰ ਚੜ੍ਹ ਕੇ ਬੋਲਦੀ ਪਈ ਹੈ ਹਰ ਥਾਂ ਦੇ ਉੱਤੇ, ਸਾਰਿਆਂ ਦੇ ਮੂੰਹਾਂ ਦੇ ਉੱਤੇ ਇੱਕੋ ਹੀ ਗੱਲ ਹੈ, ਯਾਰ ਇੰਨੀ ਲੜਾਈ, ਇਹ ਯੂਕਰੇਨ, ਇੱਧਰੋਂ ਇਜ਼ਰਾਈਲ, ਉੱਧਰੋਂ ਤਾਈਵਾਨ ਵੀ, ਚਾਈਨਾ ਵੀ ਤਿਆਰ ਜੇ ਲੱਗਦੇ ਨੇ। ਥੋੜ੍ਹੀ ਅੱਗ ਸੁਲਗਦੀ ਹੈ, ਜਿਵੇਂ ਹੌਟ ਸਪੌਟ ਜਿਵੇਂ ਖੁੱਲ੍ਹਣ ਵਾਲੇ ਨੇ। ਉਹ ਵੋਲਕੈਨੋ ਨਹੀਂ ਹੁੰਦਾ ਜਵਾਲਾਮੁਖੀ, ਲੱਗਦਾ ਪਿਆ, ਪਰ ਰੱਬ ਨਾ ਕਰੇ ਕਿ ਇੱਦਾਂ ਹੋਵੇ, ਕਿਉਂਕਿ ਉੱਧਰ ਵੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਨਵੋਲਵਡ ਆ। ਔਰ ਇੱਧਰ ਆਪਾਂ ਪਹਿਲਾਂ ਜੇ ਯੂਕਰੇਨ ਦੀ ਗੱਲ ਕਰੀਏ ਤਾਂ ਯੂਕਰੇਨ ਦੇ ਵਿੱਚ ਜ਼ੈਲੈਂਸਕੀ ਆਪਣੀ ਵਿਕਟਰੀ ਪਲਾਨ ਲੈ ਕੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਕੋਲ, ਨਾਟੋ ਕੰਟਰੀਜ਼ ਕੋਲ, EU ਕੋਲ, ਹਰ ਥਾਂ ਦੇ ਉੱਤੇ ਵਿਕਟਰੀ ਪਲਾਨ ਲੈ ਕੇ ਜਾਂਦੇ ਨੇ ਔਰ ਉਹਨਾਂ ਨੂੰ ਦਿਖਾਉਂਦੇ ਨੇ ਔਰ ਉਹਨਾਂ ਤੋਂ ਸਪੋਰਟ ਲੈਂਦੇ ਨੇ। ਸੋ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇਸ ਵਕਤ $425 ਮਿਲੀਅਨ ਦੀ ਮਿਲਟਰੀ ਏਡ ਦਾ ਅਨਾਊਂਸਮੈਂਟ ਕੀਤਾ ਹੈ ਯੂਕਰੇਨ ਵਾਸਤੇ। ਹੁਣ ਇਹਦੇ 'ਚ ਕੀ ਕੁਝ ਸ਼ਾਮਿਲ ਹੈ, ਟ੍ਰੇਨਿੰਗ ਦੇ ਵਿੱਚ ਕੀ ਕੁਝ ਸ਼ਾਮਿਲ ਹੈ, ਕਿਤੇ ਹੁਣ ਜਦੋਂ ਪੂਰਾ ਪਿਟਾਰਾ ਖੁੱਲ੍ਹੇਗਾ ਤਾਂ ਪਤਾ ਲੱਗੂਗਾ ਕਿ ਜਿਹੜੇ F-16 ਦੇ ਜਹਾਜ਼ ਨੇ ਉਹਨਾਂ ਦੀ ਟ੍ਰੇਨਿੰਗ ਵਾਸਤੇ ਕੀ ਚਾਹੀਦਾ, ਕਿਉਂਕਿ ਉਹਨਾਂ ਦਾ ਯੂਕਰੇਨ ਦਾ ਜਹਾਜ਼ ਵੀ ਇੱਕ ਮਾਰਿਆ ਗਿਆ F-16 ਔਰ ਪਾਇਲਟ ਵੀ ਉਹਦੇ ਵਿੱਚ ਸ਼ਹੀਦ ਹੋ ਗਿਆ ਨਾ। ਉਹਨਾਂ ਦੀ ਟ੍ਰੇਨਿੰਗ ਦਾ ਕਿੱਦਾਂ ਕਰਨਾ ਇਹ ਵੀ ਅਮਰੀਕਾ ਨੇ ਸੋਚਣਾ, ਪੈਂਟਾਗਨ ਨੇ ਸੋਚਣਾ ਹੈ। ਔਰ ਇਸ ਏਡ ਦੇ ਵਿੱਚ ਕੀ ਕੁਝ ਦਿੱਤਾ ਜਾਣਾ, ਜੋ $425 ਮਿਲੀਅਨ ਦੀ ਏਡ ਦੇ ਰਹੇ ਨੇ ਬਾਈਡਨ ਪ੍ਰਸ਼ਾਸਨ, ਇਹਦੇ ਵਿੱਚ ਕੀ ਕੁਝ ਹੋਣਾ ਹੈ ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਔਰ ਇਸ ਵਕਤ ਯੂਕਰੇਨ ਕੋਲ ਬੰਦਿਆਂ ਦੀ ਕਮੀ ਵੀ ਹੈ, ਹਥਿਆਰਾਂ ਦੀ ਕਮੀ ਵੀ ਹੈ ਔਰ ਉਤਸ਼ਾਹ ਦੀ ਵੀ ਕਮੀ ਹੈ। ਬੰਦਾ ਥੱਕ ਜਾਂਦਾ ਹੈ, ਅੱਕ ਜਾਂਦਾ ਹੈ, ਉਹੀ ਯੁੱਧ, ਲੋਕੀ ਵੀ ਥੱਕੇ ਪਏ ਨੇ, ਅੱਕੇ ਪਏ ਨੇ ਔਰ ਆਰਮੀ ਵੀ ਅੱਕੀ ਪਈ ਹੈ, ਥੱਕੀ ਪਈ ਹੈ। ਕੁਝ ਇੱਕ ਲੋਕ ਹੁੰਦੇ ਨੇ ਜਿਹੜੇ ਯੁੱਧ ਚਾਹੁੰਦੇ ਹੁੰਦੇ ਨੇ, ਜਿਹੜੇ ਹਾਈ ਪਾਵਰ ਦੇ ਹੁੰਦੇ ਨੇ, ਵੱਡੇ ਅਹੁਦਿਆਂ 'ਤੇ ਬੈਠੇ, ਵੱਡੀਆਂ ਕੁਰਸੀਆਂ 'ਤੇ ਬੈਠੇ ਹੋਏ ਲੋਕ। ਬਾਕੀਆਂ ਨੂੰ ਤਾਂ ਉਹਨਾਂ ਦੀ ਗੱਲ ਮੰਨਣੀ ਪੈਂਦੀ ਹੈ, ਜੇ ਨਾ ਚਾਹੁੰਦੇ ਹੋਏ ਵੀ ਮੰਨਣੀ ਪੈਂਦੀ ਕਈ ਵਾਰ, ਇਹ ਹੁੰਦਾ। ਔਰ ਯੂਕਰੇਨ ਦੇ ਵਿੱਚ ਅਸੀਂ ਦੇਖਿਆ ਹੈ ਕਈ ਲੋਕ ਰਿਜ਼ਾਈਨ ਕਰ ਗਏ ਜ਼ੈਲੈਂਸਕੀ ਦੀ ਐਡਮਿਨਿਸਟ੍ਰੇਸ਼ਨ ਵੱਲੋਂ। ਜੋ ਉਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਜ਼ੈਲੈਂਸਕੀ ਆਪ ਹੀ ਆਊਟ ਕਰ ਦਿੰਦੇ ਨੇ। ਇਹ ਵੀ ਸਾਰੇ ਮਾਹੌਲ ਬਣੇ ਹੋਏ ਨੇ। ਨਾਓ ਯੂਕਰੇਨ ਕੋਲ ਬੰਦੇ ਵੀ ਘਟ ਗਏ, ਹਥਿਆਰ ਵੀ ਘਟ ਗਏ, ਸਪੋਰਟ ਵੀ ਚਾਹੀਦੀ ਹੈ। ਇਸ ਵਕਤ ਲੌਂਗ ਰੇਂਜ ਦੇ ਜਿਹੜੇ ਡਰੋਨਸ ਨੇ ਯੂਕਰੇਨ ਕੋਲ, ਭਾਵੇਂ ਉਹ ਨਾਟੋ ਕੰਟਰੀਜ਼ ਨੇ ਦਿੱਤੇ ਹੀ ਉਹਨਾਂ ਨੇ। ਯੂਕਰੇਨ ਨੇ ਤਾਂ ਆਪ ਕੁਛ ਡਿਵੈਲਪਮੈਂਟ ਕੀਤੀ ਨਹੀਂ ਹਥਿਆਰਾਂ ਦੇ ਵਿੱਚ। ਹਾਲਾਂਕਿ ਜ਼ੈਲੈਂਸਕੀ ਕਹਿੰਦੇ ਪਏ ਨੇ ਕਿ ਅਸੀਂ ਆਪਣੀ ਡਿਵੈਲਪਮੈਂਟ ਕਰਦੇ ਹਾਂ, ਅਸੀਂ ਆਪਣੀ ਇੰਡਸਟਰੀ ਲਗਾਉਂਦੇ ਹਾਂ ਜੋ ਸਾਡੀਆਂ ਜ਼ਰੂਰਤਾਂ, ਲੜਾਈ ਦੇ ਹਥਿਆਰ ਪੂਰੀਆਂ ਕਰ ਸਕਣ।
ਉਹ ਬਈ ਪੈਸਾ ਕਿੱਥੋਂ ਆਊਗਾ ਤੁਹਾਡੇ ਕੋਲ ਉਹ ਇੰਡਸਟਰੀ ਲਗਾਉਣ ਵਾਸਤੇ? ਔਰ ਇਸ ਵਕਤ ਜਦੋਂ 2.5 ਸਾਲ ਹੋ ਗਏ ਤੁਹਾਨੂੰ ਯੁੱਧ ਲੜਦਿਆਂ ਨੂੰ, ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ? ਤੁਸੀਂ ਸੀਜ਼ ਫਾਇਰ ਵੱਲ ਆਓ, ਇੱਕ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਸੀਜ਼ ਫਾਇਰ ਦੀ ਗੱਲ ਕਰੋ, ਜੋ ਤੁਹਾਡੀ ਵਿਕਟਰੀ ਪਲਾਨ ਹੈ ਉਹ ਵੀ ਡਿਸਕਸ ਕਰੋ। ਪੂਰੀ ਦੁਨੀਆ ਦੇ ਐਕਸਪਰਟ ਇਹੀ ਕਹਿੰਦੇ ਪਏ ਨੇ, ਯੂਕਰੇਨ ਕਦੀ ਵੀ ਰਸ਼ੀਆ ਨੂੰ ਯੁੱਧ ਦੇ ਵਿੱਚ ਨਹੀਂ ਹਰਾ ਸਕਦਾ। ਦਿਸ ਇਜ਼ ਬਾਟਮ ਲਾਈਨ। ਫਿਰ ਵੀ ਤੁਸੀਂ ਕਹਿੰਦੇ ਲੋਕਲ ਲੈਵਲ 'ਤੇ ਇੰਡਸਟਰੀ ਲਗਾਉਣੀ ਹੈ। ਮਤਲਬ ਇਸ ਵਕਤ ਜਦੋਂ ਇਕੋਨਮੀ ਬਿਲਕੁਲ ਹਿੱਲੀ ਪਈ ਹੈ, ਮਤਲਬ ਰੋਟੀ ਪਾਣੀ ਦੇ ਵਾਂਦੇ ਹੋਏ ਪਏ ਨੇ ਯਾਰ, ਤੁਸੀਂ ਇੰਡਸਟਰੀ ਲਗਾਉਣ ਦੀ ਗੱਲ ਕਰਦੇ ਹੋ, ਉਹ ਵੀ ਯੁੱਧ ਵਾਸਤੇ। ਬਚਕਾਨਾ ਲੱਗਦਾ। ਇਹ ਪੂਰੀ ਦੁਨੀਆ ਦੇ ਐਕਸਪਰਟਸ ਕਹਿੰਦੇ ਪਏ ਨੇ। ਨਾਓ ਇਹਨਾਂ ਕੋਲ ਸਿਰਫ ਲੌਂਗ ਰੇਂਜ ਦੇ ਡਰੋਨਸ ਨੇ, ਜਿਹਦੇ ਨਾਲ ਇਹ ਰਸ਼ੀਆ ਦੀ ਜੋ ਟੈਰੀਟਰੀ ਹੈ ਉਹਦੇ ਇੰਟਰਨਲ ਪਾਰਟਸ ਦੇ ਵਿੱਚ ਜਾ ਕੇ ਹਮਲਾ ਕਰ ਸਕਦੇ ਨੇ। ਹੋਰ ਕੋਈ ਆਪਸ਼ਨ ਨਹੀਂ ਹੈ। ਰਸ਼ੀਆ ਦੀ ਜਿਹੜੀ ਵਾਰ ਮਸ਼ੀਨ ਹੈ ਉਹਨੂੰ ਡੈਂਟ ਕਰਨ ਵਾਸਤੇ ਇਹਨਾਂ ਕੋਲ ਇਹੀ ਇੱਕ ਇਕਵਿਪਮੈਂਟ ਹੈ, ਔਰ ਇਹਦਾ ਬੜਾ ਸਮਾਰਟਲੀ ਇਸਤੇਮਾਲ ਹੋਣਾ ਚਾਹੀਦਾ। ਨਹੀਂ ਤਾਂ ਜਿਵੇਂ F-16 ਇੱਕ ਗਵਾਇਆ ਸੀ, ਪਾਇਲਟ ਦੀ ਜਾਨ ਵੀ ਗਵਾਈ ਸੀ, ਕਿਤੇ ਇੱਧਰ ਵੀ ਘਾਟੇ ਨਾ ਪੈਣੇ ਸ਼ੁਰੂ ਹੋ ਜਾਣ, ਫਿਰ ਹੋਰ ਹੌਸਲੇ ਟੁੱਟਣਗੇ। ਸੋ ਇਹ ਜੋ ਮਾਸਕੋ ਦੀ ਵਾਰ ਮਸ਼ੀਨ ਹੈ ਉਹਨੂੰ ਤੋੜਨਾ ਇੰਨਾ ਆਸਾਨ ਨਹੀਂ ਹੈ। ਡੈਂਟ ਮਾਰ ਸਕਦੇ ਨੇ ਇਸ ਵੈਪਨ ਦੇ ਨਾਲ ਲੌਂਗ ਰੇਂਜ ਦੇ ਜਿਹੜੇ ਡਰੋਨਸ ਨੇ। ਇਹ ਮਿਲਟਰੀ ਐਕਸਪਰਟਸ ਕਹਿੰਦੇ ਨੇ। ਪਰ ਰਸ਼ੀਆ ਵੀ ਤਾਂ ਤਿਆਰ ਹੈ ਨਾ, ਉਹ ਕਿਹੜਾ ਕੱਚੀਆਂ ਗੋਲੀਆਂ ਖੇਡਿਆ ਹੋਇਆ। ਪੁਤਿਨ ਹੈ, ਪੁਤਿਨ ਤੇ ਆਪ ਵੀ ਪੂਰੇ ਸੋਲਜਰ ਰਹੇ ਨੇ ਸ਼ੁਰੂ ਤੋਂ ਹੀ, ਔਰ ਇੰਟੈਲੀਜੈਂਸ ਏਜੰਸੀਜ਼ ਦੇ ਵਿੱਚ ਕੰਮ ਕੀਤਾ ਹੈ ਰਸ਼ੀਆ ਦੀ। ਉਹ ਵੀ ਛੋਟੀ ਗੇਮ ਨਹੀਂ ਖੇਡਦੇ, ਉਹ ਵੀ ਵੱਡੀ ਗੇਮ ਖੇਡਦੇ ਨੇ। ਨਾਓ ਦੇਖੋ ਹੁਣੇ ਕਿੱਧਰ ਜਾਂਦਾ ਹੈ। ਔਰ ਰਸ਼ੀਆ ਇਹਨਾਂ ਜਿਹੜੀਆਂ ਇਨੋਵੇਸ਼ਨਸ ਨੇ ਜੋ ਇਸ ਵਕਤ ਯੂਕਰੇਨ ਦੇ ਨਾਲ ਨੇ, ਨਵੀਆਂ ਕਾਢਾਂ ਦੇ ਹਥਿਆਰ, ਉਹਦਾ ਜਵਾਬ ਕਿੱਦਾਂ ਦੇਗਾ? ਇਹ ਤੇ ਆਉਣ ਵਾਲਾ ਵਕਤ ਦੱਸ ਸਕਦਾ ਹੈ। ਜੇ ਇਹ ਹਥਿਆਰਾਂ ਦਾ ਇਸਤੇਮਾਲ ਹੁੰਦਾ ਹੈ, ਔਰ ਇਸਤੇਮਾਲ ਤਾਂ ਹੋਏਗਾ ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਪਰਮਿਸ਼ਨ ਦਿੰਦਾ ਹੈ ਕਿ ਤੁਸੀਂ ਰੈੱਡ ਲਾਈਨ ਜ਼ੋਨ ਦੇ ਵਿੱਚ ਜਾ ਕੇ ਇਹ ਹਮਲੇ ਕਰ ਸਕਦੇ ਹੋ। ਨਾਓ ਆਪਾਂ ਹੁਣ ਗੱਲ ਕਰੀਏ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੀ, UNO। ਉਹਨਾਂ ਦੇ ਜਿਹੜੇ ਪੀਸ ਕੀਪਰਸ ਗਏ ਹੋਏ ਨੇ ਇਜ਼ਰਾਈਲ, ਗਾਜ਼ਾ, ਲੈਬਨਾਨ, ਯੁੱਧ ਮਿਡਲ ਈਸਟ ਦੇ ਵਿੱਚ ਨੇ, ਉਹਨਾਂ ਦੀ ਸਿਕਿਉਰਿਟੀ ਐਂਡ ਸੇਫਟੀ ਦੀ ਪ੍ਰੋਬਲਮ ਬਣੀ ਹੋਈ ਹੈ। ਔਰ ਉਹਨਾਂ ਵੱਲੋਂ ਕੰਪਲੇਂਟਸ ਆ ਰਹੀਆਂ ਨੇ ਕਿ ਉਹਨਾਂ ਦੇ ਬੇਸ ਕੈਂਪਸ ਦੇ ਉੱਤੇ ਇਜ਼ਰਾਈਲ ਦੀ ਆਰਮੀ ਦੇ ਅਟੈਕਸ ਹੁੰਦੇ ਨੇ, ਔਰ ਇਜ਼ਰਾਈਲ ਦੀ ਆਰਮੀ ਉਹਨਾਂ ਨੂੰ ਕਹਿ ਰਹੀ ਆ ਕਿ ਤੁਸੀਂ ਇੱਥੋਂ ਵਾਪਸ ਚਲੇ ਜਾਓ, ਤੁਸੀਂ ਇੱਥੇ ਨਾ ਰੁਕੋ। ਤੇ ਉਹ ਆਪਣੀ ਮਰਜ਼ੀ ਨਾਲ ਤੇ ਆਏ ਨਹੀਂ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਭੇਜਿਆ ਉੱਥੇ, ਔਰ ਪੂਰੀ ਵਰਲਡ ਕਮਿਊਨਿਟੀ ਵੱਲੋਂ ਇਹ ਰੂਲ, ਇਹ ਮਤਾ ਪਾਸ ਹੋਇਆ, ਔਰ ਉਹਨਾਂ ਦੇ ਰੂਲਸ ਦੇ ਮੁਤਾਬਿਕ, ਉਹਨਾਂ ਦੇ ਮਤੇ ਦੇ ਮੁਤਾਬਿਕ ਉਹ ਉੱਥੇ ਡਿਪਲੋਏ ਹੋਏ ਨੇ, ਉੱਥੇ ਆਏ ਨੇ ਸਭ ਦੀ ਮਦਦ ਕਰਨ ਵਾਸਤੇ, ਔਰ ਤੁਸੀਂ ਉਹਨਾਂ ਤੇ ਅਟੈਕ ਮਾਰੀ ਜਾ ਰਹੇ ਹੋ, ਜਦਕਿ ਇੰਟਰਨੈਸ਼ਨਲ ਲਾਅ ਇਸ ਦੀ ਇਜਾਜ਼ਤ ਨਹੀਂ ਦਿੰਦਾ। ਵਾਰ ਟਾਈਮ ਦੇ ਲਾਅਸ ਇਸ ਦੀ ਇਜਾਜ਼ਤ ਨਹੀਂ ਦਿੰਦੇ, ਬਟ ਤੁਸੀਂ ਇਹ ਗੱਲ ਕਰ ਰਹੇ ਹੋ। ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਇਸ ਗੱਲ ਨੂੰ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਚੁੱਕਿਆ ਹੈ, ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇੱਕ ਲੈਟਰ ਲਿਖ ਕੇ ਇਜ਼ਰਾਈਲ ਨੂੰ ਇਹ ਚੇਤਾਵਨੀ ਦੇ ਦਿੱਤੀ ਆ ਕਿ ਤੁਸੀਂ ਸਟਾਪ ਦਿਸ, ਔਰ ਜਿੱਥੇ ਜਿੱਥੇ ਖਾਣਾ ਪਹੁੰਚਾਉਣਾ ਚਾਹੀਦਾ ਹੈ ਤੁਸੀਂ ਉਹ ਖਾਣਾ ਨਹੀਂ ਪਹੁੰਚਣ ਦੇ ਰਹੇ, ਲੋਕਾਂ ਨੂੰ ਭੁੱਖੇ ਮਾਰਨਾ। ਲੜਾਈ ਇੱਕ ਅਲੱਗ ਚੀਜ਼ ਹੈ, ਲੇਕਿਨ ਸਿਵਿਲੀਅਨਸ ਤੱਕ ਉਹ ਏਡ ਕਿਉਂ ਨਹੀਂ ਪਹੁੰਚਣ ਦੇ ਰਹੇ? ਉਹਨਾਂ ਨੂੰ ਭੁੱਖੇ ਮਾਰਨਾ ਤੁਸੀਂ, ਫਿਲਿਸਤੀਨੀਆਂ ਨੂੰ ਰੋਟੀ ਤੋਂ ਬਿਨਾਂ ਮਾਰਨਾ। 30 ਦਿਨਾਂ ਦੇ ਅੰਦਰ ਇਹ ਸਾਰੇ ਹਾਲਾਤ ਠੀਕ ਕਰੋ ਜੋ ਇਨਸਾਨੀਅਤ ਦੇ ਨਾਤੇ ਠੀਕ ਹੋਣੇ ਚਾਹੀਦੇ ਨੇ। ਯੁੱਧ ਵਾਸਤੇ ਤੁਹਾਡੇ ਆਪਣੇ ਰੀਜ਼ਨ ਹੋਣੇ ਚਾਹੀਦੇ ਨੇ। ਉਹ ਤੁਸੀਂ ਲੜ ਰਹੇ ਹੋ, ਠੀਕ ਹੈ, ਉਹ ਬਾਅਦ ਵਿੱਚ ਗੱਲ ਕਰਦੇ ਹਾਂ, ਜਾਂ ਨਾਲ ਗੱਲ ਕਰਦੇ ਹਾਂ, ਸੀਜ਼ ਫਾਇਰ ਦੀ ਗੱਲ ਕਰਦੇ ਹਾਂ। ਤੁਸੀਂ ਲੜਨਾ ਚਾਹੁੰਦੇ ਹੋ, ਜਾਂ ਹਿਜ਼ਬੁੱਲਾ, ਹਮਾਸ ਜੋ ਪ੍ਰੌਕਸੀ ਵਾਰ ਲੜ ਰਿਹਾ ਈਰਾਨ ਦੀ, ਉਹ ਕੀ ਚਾਹੁੰਦਾ ਹੈ, ਉਹ ਨਹੀਂ ਲੜਨਾ ਚਾਹੁੰਦਾ, ਜਾਂ ਤੁਸੀਂ ਨਹੀਂ ਲੜਨਾ ਚਾਹੁੰਦੇ, ਵਾਟਐਵਰ, ਕੌਣ ਲੜਨਾ ਚਾਹੁੰਦਾ ਕੌਣ ਨਹੀਂ ਲੜਨਾ ਚਾਹੁੰਦਾ, ਉਸ ਦੇ ਉੱਤੇ ਗੱਲ ਕਰਾਂਗੇ, ਵਾਟਐਵਰ। ਬਟ ਇਸ ਵਕਤ ਜੋ ਇਨਸਾਨੀਅਤ ਦੇ ਨਾਤੇ ਨਿਯਮ ਨੇ, ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਫੋਰਨ ਪਾਲਿਸੀ ਦਾ ਹਿੱਸਾ ਹੈ, ਜਦੋਂ ਵਾਰਸ ਦੀ ਗੱਲ ਹੁੰਦੀ ਹੈ, ਤੁਸੀਂ ਉਹਨਾਂ ਨਿਯਮਾਂ ਦੇ ਮੁਤਾਬਿਕ ਇਨਸਾਨੀ ਤੌਰ ਤੇ ਉਹਨਾਂ ਕੋਲੋਂ ਖਾਣਾ ਪੀਣਾ, ਜ਼ਰੂਰੀ ਚੀਜ਼ਾਂ ਕਿਉਂ ਨਹੀਂ ਪਹੁੰਚਾ ਰਹੇ? ਉਹ ਪਹੁੰਚਾਓ ਔਰ ਸਾਨੂੰ ਸ਼ਿਓਰ ਕਰੋ ਕਿ ਇਹ ਗੱਲ ਹੋ ਚੁੱਕੀ ਹੈ, ਔਰ ਸਾਨੂੰ ਰਿਪੋਰਟਸ ਮਿਲਣ। ਨਹੀਂ ਤਾਂ ਫਿਰ ਤੁਸੀਂ ਫੇਸ ਕਰੋਗੇ ਸਾਡੇ ਵੱਲੋਂ ਇਹ ਪਾਬੰਦੀਆਂ ਕਿ ਤੁਹਾਨੂੰ ਅੱਗੇ ਤੋਂ ਕੋਈ ਮਿਲਟਰੀ ਸਪੋਰਟ ਨਹੀਂ ਮਿਲੇਗੀ ਅਮਰੀਕਾ ਵੱਲੋਂ, ਕੋਈ ਤਰ੍ਹਾਂ ਦੀ ਏਡ ਨਹੀਂ ਮਿਲੇਗੀ ਇਸ ਯੁੱਧ ਵਾਸਤੇ ਅਮਰੀਕਾ ਵੱਲੋਂ। ਬੀ ਸ਼ੋਰ। ਨੇਤਨਯਾਹੂ ਨੂੰ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਬਾਈਡਨ ਪ੍ਰਸ਼ਾਸਨ ਨੇ। ਔਰ ਨਾਲ ਰਿਪੋਰਟਸ ਇਹ ਵੀ ਨੇ ਕਿ ਜਦੋਂ ਲੈਬਨਾਨ ਦੇ ਉੱਤੇ ਅਟੈਕ ਹੋਇਆ ਹੈ ਤਾਂ ਪਹਿਲੇ 5 ਦਿਨਾਂ ਦੇ ਵਿੱਚ ਹੀ ਉੱਥੋਂ ਦਾ ਜਿਹੜਾ ਲੋਕਲ ਮੇਅਰ ਹੈ, ਇੱਕ ਸਿਟੀ ਹੈ
ਨੈਬੁਤਾ, ਉੱਥੋਂ ਦਾ ਲੋਕਲ ਮੇਅਰ ਮਾਰਿਆ ਗਿਆ ਸੀ ਔਰ ਨਾਲ ਉਹਦੇ 5 ਸਿਵਿਲੀਅਨਸ ਵੀ ਮਾਰੇ ਗਏ ਸੀ। ਇੱਥੋਂ ਇਹ ਗੱਲ ਸ਼ੁਰੂ ਹੋਈ। ਜਦੋਂ ਗਾਜ਼ਾ ਤੋਂ ਬਾਅਦ ਲੈਬਨਾਨ ਦੇ ਵਿੱਚ ਇਹ ਲੜਾਈ ਟ੍ਰਾਂਸਫਰ ਹੋ ਗਈ ਇੱਕ ਤਰ੍ਹਾਂ ਨਾਲ, ਤਾਂ ਇਜ਼ਰਾਈਲ ਤਾਂ ਸਿੰਪਲ ਉਹੀ ਗੱਲ ਕਹਿੰਦਾ ਕਿ ਅਸੀਂ ਹਿਜ਼ਬੁੱਲਾ ਨੂੰ ਮਾਰਨਾ ਹੈ, ਅਸੀਂ ਹਮਾਸ ਨੂੰ ਮਾਰਨਾ। ਸਾਨੂੰ ਜੋ ਰਿਪੋਰਟ ਮਿਲਦੀ ਹੈ ਉਹਦੇ ਮੁਤਾਬਿਕ ਅਸੀਂ ਟਾਰਗੇਟ ਕਰਕੇ ਆਪਣੇ ਹਥਿਆਰਾਂ ਦਾ ਇਸਤੇਮਾਲ ਕਰਦੇ ਹਾਂ, ਬਟ ਉੱਥੇ ਮਾਰੇ ਹੋਰ ਕੋਈ ਜਾਂਦੇ ਨੇ, ਕਿਤੇ ਸਿਵਿਲੀਅਨਸ ਮਾਰੇ ਜਾਂਦੇ ਨੇ, ਕਿਤੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਪੀਸਕੀਪਰਸ ਮਾਰੇ ਜਾਂਦੇ ਨੇ। ਕਹਿੰਦੇ ਜੀ ਇਹਦੇ 'ਚ ਸਾਡਾ ਕੋਈ ਕਸੂਰ ਹੀ ਨਹੀਂ ਹੈ। ਔਰ ਇਹ ਕਿਉਂ ਮਾਰੇ ਜਾ ਰਹੇ ਨੇ, ਇਹ ਜਾਨਾਂ ਕਿਉਂ ਜਾ ਰਹੀਆਂ ਨੇ? ਸ਼ੁਰੂਆਤ ਕਿਹਨੇ ਕੀਤੀ ਸੀ? 7 ਅਕਤੂਬਰ ਨੂੰ 2023 ਲਾਸਟ ਈਅਰ ਹਮਾਸ ਨੇ। ਤਾਂ ਹਮਾਸ ਜ਼ਿੰਮੇਵਾਰ ਹੈ ਜੋ ਇਹ ਸਾਰੀਆਂ ਜਾਨਾਂ ਜਾ ਰਹੀਆਂ ਨੇ। ਇਹ ਇਜ਼ਰਾਈਲ ਦਾ ਵਿਊ ਪੁਆਇੰਟ ਆ ਔਰ ਇੰਟਰਨੈਸ਼ਨਲ ਕਮਿਊਨਿਟੀ ਕਹਿੰਦੀ ਹੈ ਕਿ ਤੁਸੀਂ 7 ਤਰੀਕ ਨੂੰ ਜੋ ਹਮਾਸ ਨੇ ਕੀਤਾ, ਹਿਜ਼ਬੁੱਲਾ ਨੇ ਕੀਤਾ, ਉਹਨੂੰ ਤੁਸੀਂ ਟੈਰਰਿਸਟ ਗਰੁੱਪ ਵੀ ਕਹਿੰਦੇ ਹੋ। ਹਾਲਾਂਕਿ ਉਹ ਪੋਲੀਟੀਕਲ ਪਾਰਟੀਜ਼ ਵੀ ਨੇ। ਫਿਲਿਸਤੀਨ ਦੀ ਜੋ ਪਾਰਲੀਮੈਂਟ ਹੈ ਉਹਦੇ ਵਿੱਚ 13-14 ਸੀਟਾਂ ਉਹਨਾਂ ਕੋਲ ਹੈਗੀਆਂ ਨੇ, ਸਟਰੋਂਗ ਪੋਲੀਟੀਕਲ ਪਾਰਟੀ ਹੈ। ਬਟ ਫਿਰ ਵੀ ਜੇ ਤੁਹਾਡੀ ਗੱਲ ਮੰਨੀਏ, ਵੈਸਟ ਦੀ, ਪੱਛਮੀ ਦੇਸ਼ਾਂ ਦੀ ਗੱਲ ਮੰਨੀਏ ਕਿ ਉਹ ਟੈਰਰਿਸਟ ਗਰੁੱਪ ਹੈ, ਠੀਕ ਹੈ, ਉਹਨਾਂ ਨੇ ਇਹ ਕੰਮ ਕੀਤਾ, ਉਸ ਤੋਂ ਬਾਅਦ ਤੁਸੀਂ ਤਾਂ ਟੈਰਰਿਸਟ ਗਰੁੱਪ ਨਹੀਂ ਹੋ। ਤੁਸੀਂ ਲੜਾਈ ਦੀ ਬਜਾਏ ਕੋਈ ਹੋਰ ਆਪਸ਼ਨ ਵਰਕਆਊਟ ਕਿਉਂ ਨਹੀਂ ਕੀਤੀ? ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਕੋਈ ਗੱਲ ਕਿਉਂ ਨਹੀਂ ਕੀਤੀ ਕਿ ਇਹਨਾਂ ਨੇ ਇਹ ਕੀਤਾ? ਹੁਣ ਦੱਸੋ ਇਹਦਾ ਕੀ ਜਵਾਬ ਹੋਣਾ ਚਾਹੀਦਾ? 1000 ਤੋਂ ਵੱਧ ਸਾਡੇ ਲੋਕ ਮਾਰੇ ਗਏ, 250 ਤੋਂ ਵੱਧ ਲੋਕ ਇਹਨਾਂ ਨੇ ਕਿਡਨੈਪ ਕਰ ਲਏ। ਹੁਣ ਦੱਸੋ ਇਹਦਾ ਕੀ ਸਟੈਪ ਲਈਏ ਇਸ 'ਚ? ਤਾਂ ਉਸ ਵਕਤ ਵਾਰ ਦੀ ਬਜਾਏ ਕੋਈ ਹੋਰ ਗੱਲ, ਕੋਈ ਹੋਰ ਆਪਸ਼ਨ ਵਰਕਆਊਟ ਕਿਉਂ ਨਹੀਂ ਕੀਤਾ ਗਿਆ ਇਜ਼ਰਾਈਲ ਵੱਲੋਂ? ਤੁਸੀਂ ਤਾਂ ਸਮੂਹਿਕ ਹੱਤਿਆ ਕਰਨ ਲੱਗ ਪਏ ਹੋ, ਜੈਨੋਸਾਈਡ ਸ਼ੁਰੂ ਹੋ ਗਿਆ ਹੈ। ਇਟ ਇਜ਼ ਵਾਰ ਕ੍ਰਾਈਮ। ਔਰ ਇੰਟਰਨੈਸ਼ਨਲ ਕਮਿਊਨਿਟੀ ਇੱਥੋਂ ਤੱਕ ਕਹਿ ਰਹੀ ਹੈ ਕਿ ਜੋ ਇਸ ਵਾਰ ਕ੍ਰਾਈਮ ਵਾਸਤੇ ਜ਼ਿੰਮੇਵਾਰ ਨੇ ਉਹਨਾਂ ਨੂੰ ਜੇਲ੍ਹ 'ਚ ਪਾ ਦਿਓ। ਇੰਟਰਨੈਸ਼ਨਲ ਲਾਅ, ਵਰਲਡ ਕੋਡ, ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਬਟ ਵਾਰ ਇਜ਼ ਸਟਿਲ ਗੋਇੰਗ ਔਨ। ਔਰ ਇੱਥੇ ਇੱਕ ਹੋਰ ਪੁਆਇੰਟ ਲਿੱਤਾ ਜਾਂਦਾ ਹੈ ਕਿ ਇਸ ਵਕਤ ਇਜ਼ਰਾਈਲ ਦੇ ਨਾਲ ਕੌਣ ਖੜਾ ਹੈ ਤੇ ਕੌਣ ਨਹੀਂ ਖੜਾ, ਕੌਣ ਉਹਨੂੰ ਐਕਸੈਪਟ ਕਰਦਾ ਉਹਨਾਂ ਦੀ ਸਾਰੀਆਂ ਗਤੀਵਿਧੀਆਂ ਨੂੰ, ਔਰ ਕੌਣ ਕਹਿੰਦਾ ਨੋ ਦਿਸ ਇਜ਼ ਨਾਟ ਐਕਸੈਪਟੇਬਲ। ਔਰ ਇਜ਼ਰਾਈਲ ਕਹਿ ਰਿਹਾ ਕਿ ਅਸੀਂ ਤੇ ਈਰਾਨ ਦੇ ਅਟੈਕਸ ਤੋਂ ਆਪਣੇ ਆਪ ਨੂੰ ਬਚਾ ਰਹੇ ਹਾਂ, ਕਿਉਂਕਿ ਹਮਾਸ, ਹਿਜ਼ਬੁੱਲਾ ਈਰਾਨ ਦੀ ਪ੍ਰੋਕਸੀ ਵਾਰ ਲੜਦੇ ਨੇ, ਈਰਾਨ ਹੀ ਸਾਡੇ ਖਿਲਾਫ ਹੈ ਔਰ ਅਸੀਂ ਉਸ ਤੋਂ ਬਚਾਉਣ ਵਾਸਤੇ ਆਪਣੇ ਆਪ ਨੂੰ ਇਹ ਲੜਾਈ ਲੜਦੇ ਪਏ ਹਾਂ। ਅਸੀਂ ਤਾਂ ਪੂਰੀ ਦੁਨੀਆ ਦੇ ਵਾਸਤੇ ਲੜਾਈ ਲੜਦੇ ਪਏ ਹਾਂ। ਹਿਜ਼ਬੁੱਲਾ, ਹਮਾਸ ਵਰਗੇ ਜਿਹੜੇ ਟੈਰਰਿਸਟ ਗਰੁੱਪ ਨੇ ਉਹਨਾਂ ਨੂੰ ਤਾਂ ਦੁਨੀਆ 'ਚ ਹੋਣਾ ਹੀ ਨਹੀਂ ਚਾਹੀਦਾ। ਔਰ ਇਸ ਤੋਂ ਸੇਧ ਲੈ ਕੇ ਬਾਕੀ ਦੁਨੀਆ ਦੇ ਵਿੱਚ ਜਿਹੜੇ ਟੈਰਰਿਸਟ ਗਰੁੱਪ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾਵੇ। ਅਸੀਂ ਤਾਂ ਦੁਨੀਆ ਦੀ ਲੜਾਈ ਲੜਦੇ ਪਏ ਹਾਂ। ਹਰੇਕ ਬੰਦੇ ਦਾ ਆਪਣਾ ਪੁਆਇੰਟ ਆਫ ਵਿਊ ਹੈ। ਨਤੀਜਾ ਕੀ ਹੈ? ਆਮ ਲੋਕਾਂ ਦੀ ਜ਼ਿੰਦਗੀ ਜਾ ਰਹੀ ਆ ਔਰ ਮਿਡਲ ਈਸਟ ਦੇ ਵਿੱਚ ਜਿਹੜੇ ਇਹ ਖਿੱਤੇ ਨੇ, ਰੀਜਨਸ ਨੇ, ਉੱਥੇ ਸਭ ਕੁਝ ਜਿਹੜੀ ਐਸਟੈਬਲਿਸ਼ਮੈਂਟ ਸੀ ਡੀ ਐਸਟੈਬਲਿਸ਼ ਹੋ ਰਹੀ ਹੈ। ਜ਼ਿੰਦਗੀ ਖੇਰੂ ਖਿੰਡ ਗਈ ਔਰ ਪਤਾ ਨਹੀਂ ਕਦੋਂ ਤੱਕ, ਕਿੰਨੇ ਸਾਲਾਂ ਤੱਕ ਇਹ ਦੁਬਾਰਾ ਸਮੇਟਣ ਨੂੰ ਲੱਗ ਜਾਣਾ, ਦੁਬਾਰਾ ਟਰੈਕ 'ਤੇ ਲਿਆਉਣ ਨੂੰ ਸਮਾਂ ਲੱਗ ਜਾਣਾ। ਔਰ ਡੈਥਸ ਹੋ ਰਹੀਆਂ ਨੇ ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇੱਥੋਂ ਤੱਕ ਕਹਿੰਦਾ ਕਿ ਇਹ ਸਭ ਇੱਦਾਂ ਲੱਗਾ ਜਿਵੇਂ ਸਿਸਟਮੈਟਿਕ ਆ, ਇੱਕ ਸਕ੍ਰਿਪਟ ਲਿਖੀ ਹੋਈ ਹੈ, ਉਹਦੇ ਮੁਤਾਬਿਕ ਸਭ ਕੁਝ ਚੱਲਦਾ ਪਿਆ ਕਿ ਇੱਥੇ ਹੋਣਾ ਹੈ ਯੁੱਧ, ਉੱਥੇ ਹੋਣਾ ਯੁੱਧ, ਲੋਕਾਂ ਨੂੰ ਖਿਲਾਰ ਦਿਓ, ਡਿਸਪਲੇਸਮੈਂਟ ਕਰ ਦਿਓ, ਡੈਮੋਗ੍ਰਾਫੀ ਚੇਂਜ ਹੋ ਗਈ, ਕੋਈ ਕਿਤੋਂ ਦਾ ਕਿਤੇ ਜਾ ਕੇ ਵਸ ਗਿਆ, ਕੋਈ ਕਿਤੋਂ ਦਾ ਕਿਤੇ ਜਾ ਕੇ ਵਸ ਗਿਆ। ਇਹ ਕਰਨਾ ਕੀ ਚਾਹੁੰਦੇ ਹੋ? ਵੋਟਾਂ ਵੰਡੀਆਂ ਗਈਆਂ, ਨੈਚੁਰਲੀ ਡੈਮੋਕ੍ਰੇਸੀ ਹੈ, ਉਹਦੇ 'ਚ ਵੋਟਾਂ ਤਾਂ ਪੈਣੀਆਂ ਨੇ। ਹੁਣ ਇੱਥੇ ਕਿਹੜੀ ਵੋਟ ਪੈਣੀ ਹੈ? ਇਹ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲ ਜਾਣਾ। ਕੀ ਕਰਨਾ ਕੀ ਹੈ? ਐਸੇ ਮਾਹੌਲ 'ਚ ਤਾਂ ਕੁਝ ਵੀ ਨਹੀਂ ਹੋ ਸਕਦਾ। ਕੌਣ ਕਿੱਥੇ ਜਾ ਕੇ ਵਸ ਗਿਆ, ਕੌਣ ਕਿੱਥੇ ਭੱਜ ਗਿਆ, ਕੌਣ ਜਿਉਂਦਾ ਵੀ ਹੈ ਕਿ ਨਹੀਂ ਹੋ ਜਿਉਂਦਾ, ਹੁਣ ਰੈਕੋਰਡਸ ਕਿੱਥੋਂ ਆਉਣਗੇ ਸਾਰੇ? ਸੋ ਇਹ ਤਮਾਮ ਗੱਲਾਂ ਡੈਮੋਗ੍ਰਾਫੀ ਨੂੰ ਚੇਂਜ ਕਰਨ ਦੀਆਂ ਵੀ ਹੁੰਦੀਆਂ ਨੇ। ਇਹਦੇ ਪਿੱਛੇ ਕਿਹੜੀ ਗੇਮ ਹੈ, ਇਹਦੇ ਉੱਤੇ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਹਮੇਸ਼ਾ ਗੱਲ ਕਰਦੀ ਹੈ, ਪਰ ਉਹਦੇ ਵੀ ਹੱਥ ਵੱਜੇ ਹੋਏ ਨੇ। ਕੋਈ ਆਪਣੇ ਆਪ 'ਚ ਤੇ ਉਹਦੇ ਵਿੱਚ ਕੋਈ ਤਾਕਤ ਹੈ ਨਹੀਂ। ਜਿਹੜੇ 5 ਮੁਲਕ ਵੀਟੋ ਕੰਟਰੀਜ਼ ਦੇ ਪਾਵਰ ਰੱਖਦੇ ਨੇ, ਉਹਨਾਂ ਦੇ ਮੁਤਾਬਿਕ ਉਹਨਾਂ ਨੂੰ ਤੁਰਨਾ ਪੈਂਦਾ। ਗੱਲ ਇੱਥੇ ਇਹ ਵੀ ਆ ਰਹੀ ਹੈ ਕਿ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇਹ ਗੱਲ ਕਰੀ ਹੈ ਕਿ ਇਹਨੂੰ ਖਤਮ ਕਿਵੇਂ ਕਰਨਾ, ਤੁਸੀਂ ਇਹ ਕਿੱਦਾਂ ਐਂਡ ਕਰੋਗੇ ਇਹਨੂੰ? ਇੱਥੇ ਰੇਪਸ ਵੀ ਹੋ ਰਹੇ ਨੇ, ਇੱਥੇ ਬੱਚਿਆਂ ਦਾ ਵੀ ਮੰਦਾ ਹਾਲ ਹੈ, ਬੱਚੇ ਅਪਾਹਿਜ ਵੀ ਹੋ ਰਹੇ ਨੇ। ਔਰਫਨ ਸਿਟੀ ਅਸੀਂ ਹਮੇਸ਼ਾ ਗੱਲ ਕਰਦੇ ਆਪਣੇ ਪਲੇਟਫਾਰਮ ਤੋਂ, ਅਨਾਥਾਂ ਦਾ ਸ਼ਹਿਰ, ਜਿੱਥੇ ਉਹ ਬੱਚੇ ਨੇ ਜਿਹੜੇ ਆਪਣੇ ਮਾਂ-ਬਾਪ ਗਵਾ ਚੁੱਕੇ ਨੇ ਤੇ ਆਪਣੇ ਸਰੀਰ ਦੇ ਅੰਗ ਵੀ ਗਵਾ ਚੁੱਕੇ ਨੇ, ਇੱਦਾਂ ਦੇ ਬੱਚੇ ਵੀ ਹੈਗੇ ਨੇ। ਔਰ ਔਰਤਾਂ ਜਿਨ੍ਹਾਂ ਦੇ ਨਾਲ ਰੇਪ ਹੋ ਰਹੇ ਨੇ, ਇਜ਼ਰਾਈਲ ਦੀ ਆਰਮੀ ਕਰਦੀ ਹੈ ਜਾਂ ਵਾਟ ਐਵਰ, ਇੱਧਰੋਂ ਦਾ ਕੁਝ ਆਨਸਰ ਹੈ ਜੋ ਇਹ ਕੰਮ ਕਰਦਾ ਹੈ, ਨੋਬਡੀ ਨੋਜ਼। ਸੋ ਇਹ ਸਾਰੇ ਮਾਹੌਲ ਬਣੇ ਹੋਏ ਨੇ ਔਰ ਇਸ ਵਕਤ
ਇੱਕ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਹੈ ਔਰ ਉਸ ਦਾ ਅੰਤ ਕੀ ਹੋਏਗਾ, ਇਹ ਸਭ ਦੇਖਣ ਨੂੰ ਮਿਲਣਾ। ਨਾਓ ਜੇ ਪੂਰੀ ਵਰਲਡ ਹਿਸਟਰੀ ਦੇਖੋ ਤਾਂ ਦੁਨੀਆ ਵਿੱਚ ਕਦੀ ਵੀ ਸ਼ਾਂਤੀ ਨਹੀਂ ਸੀ, ਕਿਤੇ ਨਾ ਕਿਤੇ ਕੋਈ ਨਾ ਕੋਈ ਜੰਗ ਲੱਗੀ ਹੋਈ ਹੈ। ਜਿੱਦਾਂ ਜੰਗ ਲਗਾਉਣਾ ਸਾਡੀ ਲਾਈਫ ਦਾ ਹਿੱਸਾ ਹੈ, ਸਾਨੂੰ ਜੰਗ ਦੇ ਨਾਲ ਜਿਉਣਾ ਸਿੱਖਣਾ ਚਾਹੀਦਾ। ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੀ ਹਰ ਰੋਜ਼ ਅਸੀਂ ਜੰਗ ਲੜਦੇ ਹਾਂ ਤੇ ਨਾਲ ਬੰਬਾਂ ਦੀ ਤੇ ਗੋਲੀਆਂ ਦੀ ਜੰਗ ਦਾ ਵੀ ਸਾਨੂੰ ਆਦੀ ਹੋਣਾ ਚਾਹੀਦਾ। ਇਹ ਕੁਝ ਇਦਾਂ ਦੇ ਸੰਕੇਤ ਮਿਲਦੇ ਨੇ। ਨਾਓ ਵਰਲਡ ਫੂਡ ਡੇ ਹੈ ਜੀ ਅੱਜ। ਪੂਰੀ ਦੁਨੀਆ ਦੇ ਵਿੱਚ ਖੁਰਾਕ ਦਿਵਸ ਮਨਾ ਰਹੇ ਹਾਂ। ਹੁਣ ਖੁਰਾਕ ਦਾ ਕੀ ਹਾਲ ਹੈ ਤਾਂ ਤੁਸੀਂ ਵੀ ਜਾਣਦੇ ਹੋ। ਕਈ ਮੁਲਕਾਂ 'ਚ ਭੁੱਖਮਰੀ, ਸੁਡਾਨ ਦੀ ਆਪਾਂ ਗੱਲ ਕਰਦੇ ਹਾਂ, ਸਾਊਥ ਅਫਰੀਕਾ ਦੀ ਗੱਲ ਕਰਦੇ ਹਾਂ, ਹੋਰ ਵੀ ਗਰੀਬੀ ਹੈ, ਭੁੱਖਮਰੀ ਹੈ। ਔਰ ਜਿਹੜਾ ਖਾਣਾ ਮਿਲ ਰਿਹਾ ਹੈ ਉਹ ਖਾਣ ਦੇ ਲਾਇਕ ਹੈ ਵੀ ਜਾਂ ਨਹੀਂ, ਕਿ ਸਿਰਫ ਢਿੱਡ ਭਰਨ ਵਾਲੀ ਗੱਲ ਹੈ ਕਿ ਚਲੋ ਕੁਝ ਤਾਂ ਮਿਲਿਆ। ਤਾਂ ਵਰਲਡ ਫੂਡ ਡੇ ਅਸੀਂ ਕਿਸ ਰੂਪ ਦੇ ਵਿੱਚ ਮਨਾ ਰਹੇ ਹਾਂ, ਇਹ ਕੀ ਗਲੋਬਲ ਆਰਡਰ ਹੈ, ਇਹ ਤੁਸੀਂ ਵੀ ਸੋਚ ਸਕਦੇ ਹੋ, ਅਸੀਂ ਸਾਰੇ ਵਿਚਾਰ ਕਰ ਸਕਦੇ ਹਾਂ। ਔਰ ਇਹਦੇ ਵਿੱਚ ਜਿਹੜੀਆਂ ਥਾਂ ਦੇ ਉੱਤੇ ਭੋਜਨ ਨਹੀਂ ਹੈ, ਭੋਜਨ ਪਹੁੰਚਾਉਣਾ ਜ਼ਰੂਰੀ ਹੈ, ਉਹ ਥਾਂ ਤੁਸੀਂ ਪੂਰੀ ਦੁਨੀਆ ਦੇ ਵਿੱਚ ਲੱਭ ਸਕਦੇ ਹੋ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਕਿੱਥੇ ਕਿੱਥੇ ਪਹੁੰਚੇ, ਕਿੱਥੇ ਕਿੱਥੇ ਏਡ ਦੇਵੇ, ਕਿਉਂਕਿ ਉਹਨਾਂ ਦੀਆਂ ਆਪਣੀਆਂ ਸਪਲਾਈਜ਼ ਵੀ ਤਾਂ ਲਿਮਿਟਿਡ ਨੇ ਨਾ। ਬਾਕੀ ਦੇਸ਼ਾਂ ਤੋਂ ਉਹਨਾਂ ਨੂੰ ਡੋਨੇਸ਼ਨਸ ਆਉਣਗੇ ਤਾਂ ਹੀ ਖਰਚ ਕਰਨਗੇ, ਆਪਣੇ ਆਪ ਵਿੱਚ ਤੇ ਉਹਨਾਂ ਕੋਲ ਕੁਝ ਵੀ ਨਹੀਂ ਹੈਗਾ, ਡੋਨੇਸ਼ਨਸ ਦੇ ਉੱਤੇ ਨੇ। ਸੋ ਇਹ ਵਰਲਡ ਫੂਡ ਡੇ ਦੇ ਉੱਤੇ ਇਹ ਤਰਾਸਦੀ ਹੈ, ਇਸ ਦੀ ਆਪਾਂ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਜਿਹੜੀਆਂ ਔਰਤਾਂ ਨੇ, ਲੜਕੀਆਂ ਨੇ, ਉਹ ਜ਼ਿਆਦਾ ਸਫਰ ਕਰਦੀਆਂ ਨੇ, ਬਹੁਤ ਜ਼ਿਆਦਾ ਦੁੱਖ ਤਕਲੀਫਾਂ ਸਹਿਣ ਕਰਦੀਆਂ ਨੇ। ਸਾਰੀ ਮੁਸੀਬਤ ਲੜਾਈ ਦੀ ਹੋਵੇ, ਬਟਵਾਰਿਆਂ ਦੀ ਹੋਵੇ, ਇੱਦਾਂ ਦੀ ਪੋਲੀਟੀਕਲ ਗੇਮ ਦੀ ਹੋਵੇ, ਉਹਨਾਂ ਦੀ ਇੱਜ਼ਤ ਦੇ ਉੱਤੇ ਅਟੈਕਸ ਜ਼ਰੂਰ ਹੁੰਦੇ। ਜਿੱਦਾਂ ਇਹ ਕੋਈ ਹਥਿਆਰ ਹੈ ਅਟੈਕਸ ਕਰਨਾ ਔਰਤ ਦੀ ਇੱਜ਼ਤ ਦੇ ਉੱਤੇ। ਗੱਲਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਹਾਂ ਪਰ ਕੰਮ ਛੋਟੇ ਛੋਟੇ ਹੀ ਨੇ, ਸਾਡੇ ਨਿਕੰਮੇ ਨੀਚ ਕੰਮ ਨੇ ਕਈ। ਬੱਚਿਆਂ ਦੀ ਬੁਰੀ ਹਾਲਤ, ਜਿਹੜੇ ਫਿਊਚਰ ਨੇ, ਸਾਡੇ ਦੁਨੀਆ ਦਾ ਭਵਿੱਖ ਨੇ, ਉਹਨਾਂ ਦੀ ਜੋ ਹਾਲਤ ਹੈ, ਜੇ ਬਚਪਨ ਇੱਦਾਂ ਦਾ ਹੈ ਤਾਂ ਜਵਾਨੀ ਕਿੱਦਾਂ ਦੀ ਹੋਏਗੀ। ਉਹ ਕਿੱਦਾਂ ਸੰਭਾਲਣਗੇ ਇਹ ਸਾਰੀਆਂ ਸਮੱਸਿਆਵਾਂ ਨੂੰ ਔਰ ਕਿੱਦਾਂ ਹੱਲ ਕਰਨਗੇ ਇਹ ਦੁਨੀਆ ਦੀ ਸਮੱਸਿਆਵਾਂ ਨੂੰ। ਵਰਲਡ ਪੀਸ ਕਿੱਦਾਂ ਕਾਇਮ ਹੋਏਗੀ, ਇਹ ਕੁਐਸਚਨਸ ਨੇ ਸਾਡੇ ਸਾਰਿਆਂ ਵਾਸਤੇ। ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ? ਆਪਣੇ ਵਿਚਾਰ ਜ਼ਰੂਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।